ਕਿਰਪਾਲਾ ਸਤਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਾਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਇਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਹਾਜ਼ਰ ਨਾਜ਼ਰ ਸਤਿਗੁਰੂ ਖੰਡਾ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ। ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਤਰਸ ਕਰਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਹੀ ਤਰਸ ਕਰਕੇ ਆਪਣੇ ਗੁਰ ਇਤਿਹਾਸ ਦੇ ਵਿਚਾਰ ਕਰਵਾ ਲੈਣ। ਇੱਕ ਚਿੱਤ ਇੱਕ ਰਸ ਹੋ ਕੇ ਮਹਾਰਾਜ ਆਪ ਵਿੱਚ ਵਰਤਣ। ਸੋ ਸੰਗਤ ਜੀ ਮਹਾਰਾਜ ਕਿਰਪਾ ਕਰਨ, ਸਾਡਾ ਇਹ ਸਮਾਂ ਮਹਾਰਾਜ ਸਫਲ ਕਰ ਲੈਣ, ਪ੍ਰਵਾਨ ਕਰ ਲੈਣ ਸਾਡਾ ਇਹ ਜਿਹੜਾ ਸਮਾਂ ਹੈ। ਸੋ ਸੰਗਤ ਜੀ ਆਓ ਸੱਚੇ ਪਾਤਸ਼ਾਹ ਜੀ ਨੂੰ ਸ਼ੀਸ਼ ਝੁਕਾਓ, ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਜ ਪਰ ਖਨ ਪੁਨ ਤਿਨ ਕੋ ਹਰਨੇ। ਸੁਨਿਓ ਚਹਿਤ ਹੋ ਮਨ ਦ੍ਰਿੜ ਕਰਨੇ। ਤੋ ਚਰੋ ਨਿਜ ਹਿਰਦੇ ਚਾਉ। ਸਭੈ ਕਹੋ ਮੈਂ ਤੁਮ ਤੇ ਪਾਹੂ। ਸੋ ਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਮਹਾਰਾਜ ਦੇ ਆਪ ਜੀ ਨੇ 10 ਪ੍ਰਸੰਗ ਸ਼੍ਰਵਣ ਕੀਤੇ ਸਨ। ਔਰ ਸੰਗਤ ਜੀ ਕੱਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੱਚਖੰਡ ਮਹਾਰਾਜ ਨੇ ਚਾਲੇ ਵੀ ਪਾਏ ਸਨ। ਸੋ ਸੰਗਤ ਜੀ ਸਮੇਂ ਦੀ ਘਾਟ ਹੋਣ ਕਰਕੇ ਥੋੜਾ ਇਹ ਵੀ ਜਿਹੜਾ ਹੈ ਰਾਮਕਲੀ ਸਤਬਾਣੀ ਮਹਾਰਾਜ ਨੇ ਸੰਗਤ ਜੀ ਭਾਈ ਸੁੰਦਰ ਜੀ ਨੇ ਉਚਾਰੀ। ਜਿਹੜੇ 3 ਗੁਰਸਿੱਖ ਹਨ ਉਹਨਾਂ ਵਿੱਚੋਂ ਸੰਗਤ ਜੀ ਇੱਕ ਗੁਰਸਿੱਖ ਭਾਈ ਸੁੰਦਰ ਜੀ ਵੀ ਹਨ। ਉਹਨਾਂ ਨੇ ਰਾਮਕਲੀ ਸਤਬਾਣੀ ਉਚਾਰਨ ਕੀਤੀ। ਔਰ ਜਦੋਂ ਸੰਗਤ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਸੱਚਖੰਡ ਸੰਗਤ ਜੀ ਮਹਾਰਾਜ ਚਾਲੇ ਪਾਉਣ ਲੱਗੇ ਤੇ ਸੰਗਤ ਜੀ ਮਹਾਰਾਜ ਨੇ ਬਚਨ ਕੀਤੇ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕਹਿੰਦੇ ਵੀ ਸਾਡੇ ਪਿੱਛੇ ਜਿਹੜਾ ਹੈ ਕੋਈ ਵੀ ਜਿਹੜਾ ਸਿੱਖ ਹੈ ਉਹ ਰੋਵੇ ਨਾ, ਵੀ ਸਾਡੇ ਬਚਨਾਂ ਨੂੰ ਕਮਾਵੇ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਦੇ ਤੇ ਸਾਡੀ ਖੁਸ਼ੀ ਹੈ। ਔਰ ਸੰਗਤ ਜੀ ਮਹਾਰਾਜ ਨੇ ਇਹ ਵੀ ਬੇਨਤੀ ਕੀਤੀ ਕਿ ਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਸੰਗਤ ਜੀ ਇਸ ਦਾ ਭਾਵ ਇਹ ਨਹੀਂ ਹੈ ਕਿ ਮਹਾਰਾਜ ਨੇ ਵੀ ਪੁਰਾਣਾਂ ਦੀ ਕਥਾ ਜਾਂ ਹਿੰਦੂ ਧਰਮ ਅਨੁਸਾਰ ਮਹਾਰਾਜ ਨੇ ਇਹ ਕਿਹਾ ਵੀ ਕਮਾਈ ਵਾਲੇ ਕੇਸੋ ਗੋਪਾਲ ਪੰਡਿਤ ਸਦਿਓ। ਪੰਡਿਤ ਦਾ ਭਾਵ ਹੁੰਦਾ ਸੰਗਤ ਜੀ ਵਿਦਵਾਨ ਵੀ। ਐਸੇ ਕਮਾਈ ਵਾਲੇ ਪੂਰਨ ਮਹਾਂਪੁਰਸ਼ ਗੁਰਸਿੱਖਾਂ ਨੂੰ ਬੁਲਾਇਆ ਜਾਵੇ, ਉਹ ਪਰਮੇਸ਼ਵਰ ਦੀ ਬੰਦਗੀ ਕਰਨ, ਸਾਡਾ ਕੀਰਤਨ ਕਰਨ, ਬਾਣੀ ਦਾ ਕੀਰਤਨ ਹੋਵੇ, ਕਥਾ ਹੋਵੇ। ਸੋ ਸੰਗਤ ਜੀ ਇਸ ਦਾ ਭਾਵ ਇਹ ਹੈ। ਐਵੇਂ ਸੰਗਤ ਜੀ ਰਾਮਕਲੀ ਸੱਧ ਵਿੱਚ ਬਾਣੀ ਮਹਾਰਾਜ ਜਗਦਾਤਾ ਸੋਏ, ਜਗਦਾਤਾ ਸੋਏ। ਸੰਗਤ ਜੀ ਐਵੇਂ ਮਹਾਰਾਜ ਦੀ ਬਾਣੀ ਦੀ ਆਰੰਭਤਾ ਹੁੰਦੀ ਹੈ। ਇਸੇ ਬਾਣੀ ਵਿੱਚ ਸੰਗਤ ਜੀ ਮੋਹਰੀ ਪੁੱਤ ਸਨਮੁਖ ਹੋਇਆ। ਆਪਣਾ ਵੀ ਗੁਰੂ ਰਾਮਦਾਸ ਜੀ ਨੇ ਜਦੋਂ ਗੱਦੀ ਦਿੱਤੀ, ਮੋਹਰੀ ਬਾਬਾ ਜੀ ਉਹ ਸਨਮੁਖ ਹੋਏ ਸਨ।
ਸੋ ਸੰਗਤ ਜੀ ਐਵੇਂ ਕਾਲੇ ਵਿਚਾਰ ਜਿਹੜੀ ਹੈ ਅਧੂਰੀ ਰਹਿ ਗਈ ਸੀ, ਇਹ ਤਾਂ ਆਪ ਜੀ ਦੇ ਚਰਨਾਂ ਵਿੱਚ ਸਨਮੁਖ ਰੱਖੀ ਹੈ। ਸੋ ਸੰਗਤ ਜੀ ਹੁਣ ਜਿਹੜਾ ਹੈ ਮਹਾਰਾਜ ਹੁਣ ਅੱਗੋਂ ਕਿਵੇਂ ਆਪਣੇ ਪ੍ਰਸੰਗ ਚਲਾ ਰਹੇ ਹਨ। ਸੰਗਤ ਜੀ ਕਿਵੇਂ ਮਹਾਰਾਜ ਨੇ ਵੈਦ ਨੂੰ ਬੁਲਾਇਆ ਹੈ, ਵੈਦ ਦੀ ਤੇ ਮਹਾਰਾਜ ਦੀ ਜਿਹੜੀ ਹੈ ਕੀ ਬਿਰਤੀ ਕੀ ਆਪਣੀ ਆਪਸ ਵਿੱਚ ਸਾਂਝ ਪਾਈ ਜਾ ਰਹੀ ਹੈ, ਬਚਨ ਹੋ ਰਹੇ ਹਨ। ਸੋ ਸੰਗਤ ਜੀ ਕੱਲ ਦਾ ਵਿਸ਼ਾ ਵੀ ਜਿਹੜਾ ਹੈ ਬੜਾ ਡੂੰਘਾ ਸੀ। ਲੱਗਿਓ ਆਦ ਕੋ ਹਉਮੈ ਰੋਗੋ, ਵੀ ਹਉਮੈ ਦਾ ਰੋਗ, ਅਹੰਗ ਬੁੱਧ ਦਾ ਰੋਗ, ਹੰਕਾਰ ਦਾ ਰੋਗ, ਇਹ ਮਨੁੱਖ ਨੂੰ ਜਨਮਾਂ ਜਨਮਾਂ ਤੋਂ ਲੱਗਿਆ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਸੋ ਸੰਗਤ ਜੀ ਹਉਮੈ ਦੇ ਰੋਗ ਇੰਨੇ ਵਿਛੋੜਾ ਪਾਇਆ ਹੋਇਆ ਹੈ ਕਿ ਸਚਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ। ਸੋ ਸੰਗਤ ਜੀ ਆਓ ਹੁਣ ਅੱਗੇ ਮਹਾਰਾਜ ਦੇ ਬੜੇ ਰਾਸਦਾਇਕ ਬੜੇ ਡੂੰਘੇ ਪ੍ਰਸੰਗ ਚੱਲ ਰਹੇ ਹਨ। ਮਨ ਬਿਰਤੀਆਂ ਕਾਗਰ ਕਰੋ, ਹਾਜ਼ਰੀ ਲਵਾਓ, ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੁਜ ਪਰਖਨ ਪੁਨ ਤਿਨ ਕੋ ਹਰਨੇ, ਸੁਨਿਓ ਚਹਿਤ ਹੋ ਮਨ ਦ੍ਰਿੜ ਕਰਨੇ। ਸੋ ਸੰਗਤ ਜੀ ਰੁਜ ਪਰਖਣ ਪੁਨ ਤਿਨ ਕੋ ਹਰਨੇ ਦਾ ਭਾਵ ਇਹ ਹੈ ਕਿ ਦੂਰ ਕਰਨਾ। ਰੁਜ ਪੁਰਖਣ ਪਰਖਣ ਪੁਨ ਤਿਨ ਕੋ ਹਰਨੇ, ਵੀ ਸੰਗਤ ਜੀ ਇਹ ਹਉਮੈ ਦਾ ਜਿਹੜਾ ਹੈ ਰੋਗ ਦੂਰ ਕਰਨਾ। ਸੁਣੋ ਚਹਿਤ ਹੋ ਮਨ ਦ੍ਰਿੜ ਕਰਨੇ, ਵੀ ਮਨ ਟਿਕਾ ਕੇ ਸਾਡੇ ਇਹ ਬਚਨ ਸੁਣੋ। ਸੁਨਿਓ ਚਹਿਤ ਹੋ ਮਨ ਦ੍ਰਿੜ ਕਰਨੇ, ਤੋਂ ਉਚਰੋ ਨਿਜ ਹਿਰਦੇ ਚਾਹੂ। ਸੋ ਸੰਗਤ ਜੀ ਅੱਗੋਂ ਮਹਾਰਾਜ ਕਹਿੰਦੇ ਵੀ ਜੇ ਤੇਰੇ ਹਿਰਦੇ ਚਾਹ ਹੈ ਤਾਂ ਉਚਾਰਾਂ। ਸੰਗਤ ਜੀ ਬਿਨ ਗੁਣ ਗਾਹਕ ਵੇਚੀਐ, ਤੋ ਗੁਣ ਸਹਿ ਹੋ ਜਾਏ ਮਾਰੂ ਰਾਗ ਵਿੱਚ। ਸੰਗਤ ਜੀ ਮਹਾਰਾਜ ਦਾ ਬਚਨ ਆਉਂਦਾ ਹੈ ਵੀ ਜੇ ਕੋਈ ਮਹਾਰਾਜ ਦੀ ਕਥਾ ਨਹੀਂ ਸੁਣਨਾ ਚਾਹੁੰਦਾ ਜਾਂ ਕੋਈ ਅਧਿਆਤਮ ਦੀ ਆਪਣਾ ਪਰਮਾਰਥ ਦੀ ਗੱਲ ਨਹੀਂ ਕਰਨਾ ਚਾਹੁੰਦਾ, ਸੰਗਤ ਜੀ ਇਹਨੂੰ ਮਹਾਰਾਜ ਕਹਿੰਦੇ ਆ ਜਬ ਲਗ ਦੁਨੀਆ ਰਹੀਐ, ਨਾਨਕ ਕਿਛ ਸੁਣੀਐ ਕਿਛ ਕਹੀਐ। ਇਹ ਮਹਾਰਾਜ ਦਾ ਸੰਗਤ ਜੀ ਹੁਕਮ ਹੈ ਆਪਣੇ ਗੁਰਸਿੱਖਾਂ ਨੂੰ, ਸਿੰਘਣੀਆਂ ਨੂੰ, ਮਾਈਆਂ ਨੂੰ, ਭਾਈਆਂ ਨੂੰ ਕਿ ਭਾਈ ਜੋ ਤੱਕ ਆਪ ਜੀ ਨੇ ਸੰਸਾਰ ਵਿੱਚ ਜੀਣਾ ਹੈ ਉਦੋਂ ਤੱਕ ਪਰਮੇਸ਼ਵਰ ਦੇ ਬਚਨ ਇੱਕ ਦੂਜੇ ਨਾਲ ਸਾਂਝੇ ਕਰਨੇ ਹਨ। ਗੁਰਸਿੱਖਾਂ ਦੀਆਂ ਸਾਖੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਹਨ, ਵੀ ਮਹਾਰਾਜ ਦੇ ਬਚਨ। ਸੋ ਸੰਗਤ ਜੀ ਮਹਾਰਾਜ ਕਹਿੰਦੇ ਵੀ ਮੈਂ ਬਚਨ ਤਾਂ ਉਚਾਰਨ ਕਰਾਂਗਾ, ਤਾਂ ਬਚਨ ਕਰਾਂਗਾ ਵੀ ਜੇ ਆਪ ਜੀ ਮਨ ਟਿਕਾ ਕੇ ਬਚਨ ਸੁਣੋਗੇ। ਸਭੈ ਕਹੋ ਮੈਂ ਤੁਮਰੇ ਪਾਹੂ, ਸੋ ਸਭੈ ਕਹੋ ਮੈਂ ਤੁਮਰੇ ਪਾਹੂ, ਮੈਂ ਸਾਰੇ ਬਚਨ ਤੁਹਾਡੇ ਨਾਲ ਕਰਾਂਗਾ। ਅਸ ਵਿਦ ਸੁਨੈ ਬੈਦ ਬਚ ਜਬ ਹੀ। ਸੋ ਸੰਗਤ ਜੀ ਬੈਦ ਜੀ ਨੇ ਜਦੋਂ ਇਹ ਬਚਨ ਸੁਣੇ ਹਨ, ਬਿਮਸੇ ਹੋਏ ਵਿਚਾਰਤ ਤਬ ਹੀ। ਸੋ ਸੰਗਤ ਜੀ ਇਹ ਬਚਨ ਸੁਣ ਕੇ ਹੀ ਬੜਾ ਹੈਰਾਨ ਹੋਇਆ, ਬਿਸਮਾਦ ਵਿੱਚ ਚਲਾ ਗਿਆ। ਕੋ ਨਰ ਏ ਨੁਤੈ ਉਚਾਰੀ। ਸੋ ਨੁਤੇ ਦਾ ਭਾਵ ਹੈ ਸੰਗਤ ਜੀ ਸਿਫਤ। ਕੋ ਨਰ ਇਹ ਨੁਤੈ ਉਚਾਰੀ, ਵੀ ਤੇਰੇ ਕਵਣ ਕਵਣ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵੀ ਸੰਗਤ ਜੀ ਵੀ ਜਿੰਨੇ ਵੀ ਮਨੁੱਖ ਜਿਹੜੇ ਹਨ ਉਹ ਮਹਾਰਾਜ ਦੀ ਵਡਿਆਈ ਕਰ ਲੈਣ, ਪਰ ਪਰਮੇਸ਼ਵਰ ਦਾ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਸੁਨਤ ਹੋਤੋ ਅਬ ਨੈਣ ਨਿਹਾਰੀ। ਸੋ ਸੰਗਤ ਜੀ ਇਹ ਸੁਣ ਕੇ ਹੀ ਮਹਾਰਾਜ ਦੇ ਬਚਨ ਜਿਹੜੇ ਨੈਣ ਹਨ ਉਹ ਨਿਹਾਲ ਹੋ ਗਏ ਹਨ। ਕਲਵਾਨ ਇਹ ਸਤ ਅਵਤਾਰਾ। ਸੋ ਸੰਗਤ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਸੰਗਤ ਜੀ ਇਹ ਕਹਿੰਦੇ ਵੀ ਇਹ ਕਲਯੁਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਬੂਝ ਲਿਓ ਮੈਂ ਹੋਏ ਨਿਸਤਾਰਾ। ਵੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਵੀ ਇਹ ਸੋਝੀ ਬਖਸ਼ੋ, ਵੀ ਮੈਂ ਇਹ ਬੁੱਝ ਲਵਾਂ, ਮੈਨੂੰ ਸੋਝੀ ਆ ਜਾਵੇ, ਮੈਨੂੰ ਕਿਸੇ ਸਾਧੂ ਸੰਤ ਦੀ ਅਵਸਥਾ ਸਮਝ ਆਉਣ ਲੱਗ ਜਾਵੇ, ਮੈਨੂੰ ਗਿਆਨ ਖੰਡ ਦੀ ਮਹਾਰਾਜ ਅਵਸਥਾ ਬਖਸ਼ ਦਿਓ। ਸੰਗਤ ਜੀ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ। ਇਹ ਗਿਆਨ ਖੰਡ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਗਲ ਉਡਾਨੀ ਭਰਮ ਕੀ ਟਾਂਟੀ, ਰਹਿ ਨਾ ਮਾਇਆ ਬਾਂਦੀ। ਇਹ ਸੰਗਤ ਜੀ ਜਦੋਂ ਤੱਕ ਗਿਆਨ ਨਹੀਂ ਹੁੰਦਾ, ਗਿਆਨ ਰਹਿੰਦਾ ਹੈ, ਉਦੋਂ ਤੱਕ ਸੰਗਤ ਜੀ ਮਨੁੱਖ ਦੁਖੀ ਰਹਿੰਦਾ ਹੈ। ਸੋ ਇਹ ਕਹਿੰਦੇ ਵੀ ਬੁੱਝ ਲਿਓ ਮੈਂ ਹੋਏ ਨਿਸਤਾਰਾ। ਮਹਾਰਾਜ ਸਾਨੂੰ ਸੋਝੀ ਬਖਸ਼ੋ
ਵੀ ਅਸੀਂ ਮਹਾਰਾਜ ਸਾਡੇ ਬਚਨਾਂ ਨੂੰ ਸਮਝੀਏ, ਆਪ ਜੀ ਦੇ ਬਚਨਾਂ ਨੂੰ ਕਮਾ ਸਕੀਏ ਤੇ ਸਾਡਾ ਭਲਾ ਹੋ ਜਾਵੇ। ਸੋ ਸੰਗਤ ਜੀ, ਇਹ ਮਹਾਰਾਜ ਦੀ ਗੁਰਬਾਣੀ ਜਿਹੜੀ ਹੈ ਅਥਾਹ ਬੋਧ ਹੈ। ਇਹ ਗੁਰੂ ਕਿਰਪਾ ਤੋਂ ਬਿਨਾ ਨਾ ਬਾਣੀ ਦੀ ਅਸੀਂ ਵਿਚਾਰ ਕਰ ਸਕਦੇ ਹਾਂ, ਨਾ ਬਾਣੀ ਦੀ ਕੋਈ ਸੋਝੀ ਆਉਂਦੀ ਹੈ। ਸੰਗਤ ਜੀ, ਕਈ ਮਾਈਆਂ, ਕਈ ਬਜ਼ੁਰਗ ਭਾਈ ਸਾਰੀ ਉਮਰ ਗੁਰੂ ਘਰ ਆਈ ਜਾਂਦੇ ਆ, ਸਾਰੀ ਉਮਰ ਲੱਗ ਜਾਂਦੀ ਹੈ, ਨਿਤਨੇਮ ਵੀ ਕਰਦੇ ਆ, ਬਾਣੀ ਕੰਠ ਵੀ ਹੈ, ਪਰ ਸੰਗਤ ਜੀ ਸੋਝੀ ਨਹੀਂ ਆਉਂਦੀ। ਇਹੀ ਹਾਲ ਪਾਠੀ ਸਿੰਘਾਂ ਦਾ ਹੈ। ਪਾਠੀ ਸਿੰਘ ਸਾਰੀ ਉਮਰ ਡਿਊਟੀਆਂ ਲਾਉਂਦੇ ਆ, ਬਾਣੀ ਪੜ੍ਹਦੇ ਰਹਿੰਦੇ ਆ, ਬਾਣੀ ਕੰਠ ਹੁੰਦੀ ਹੈ, ਕਿੰਨਾ ਜ਼ਿਆਦਾ ਗਿਆਨ ਹੈ, ਪਰ ਸੰਗਤ ਜੀ ਗੁਰੂ ਦੀ ਕਿਰਪਾ ਤੋਂ ਬਿਨਾਂ ਬਾਣੀ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ। ਬਾਣੀ ਪੜ੍ਹਨ ਦੇ ਨਾਲ ਸੰਗਤ ਜੀ, ਬਾਣੀ ਪੜ੍ਹਨ ਵਾਲਾ ਜਿਹੜਾ ਸਿੱਖ ਹੈ, ਜਿਹੜੀ ਬੀਬੀ ਹੈ, ਉਸ ਦੇ ਵਿੱਚ ਸੰਗਤ ਜੀ ਉਸਦਾ ਵਿਕਾਰਾਂ ਤੇ ਇੰਦਰੀਆਂ ਤੇ ਕਾਬੂ ਹੋ ਜਾਣਾ ਚਾਹੀਦਾ ਹੈ। ਜੇ ਬਾਣੀ ਪੜ੍ਹਨ ਨਾਲ ਤੁਹਾਡਾ ਕ੍ਰੋਧ ਹੀ ਨਹੀਂ ਸ਼ਾਂਤ ਹੋ ਰਿਹਾ, ਬਾਣੀ ਪੜ੍ਹਨ ਨਾਲ ਕਾਮ ਵਾਸ਼ਨਾ ਸ਼ਾਂਤ ਨਹੀਂ ਹੋ ਰਹੀ, ਮਨ ਵਿੱਚ ਪਰਾਈ ਇਸਤਰੀ, ਪਰਾਏ ਪੁਰਸ਼ ਦੀ ਇੱਛਾ ਹੈ ਭੋਗਣ ਦੀ, ਔਰ ਜੇ ਬਾਣੀ ਪੜ੍ਹਨ ਨਾਲ ਮੋਹ ਨਹੀਂ ਦੂਰ ਹੋ ਰਿਹਾ, ਇਹ ਨਹੀਂ ਮਹਾਰਾਜ ਨੇ ਕਿਹਾ ਵੀ ਮੋਹ ਨਾ ਕਰੋ, ਪਿਆਰ ਨਾ ਕਰੋ ਬੱਚਿਆਂ ਨਾਲ, ਪਤੀ ਪਤਨੀ ਨਾਲ। ਮਹਾਰਾਜ ਇਹ ਬਚਨ ਕਰਦੇ ਆ ਵੀ ਜ਼ਿੰਮੇਵਾਰੀ ਨਿਭਾਓ ਜਿੰਨੀ ਕੁ ਲੋੜ ਹੈ, ਵੀ ਬੱਚੇ ਦੀ ਲੋੜ ਪੂਰੀ ਕਰੋ, ਬਾਕੀ ਮੋਹ ਪਰਮੇਸ਼ਵਰ ਨਾਲ ਪਾਣਾ ਹੈ। ਇਹ ਸਾਰੇ ਨਾਸ਼ਵਾਨ ਹਨ। ਸੰਸਕ੍ਰਿਤ ਵਿੱਚ ਮਹਾਰਾਜ ਜੀ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗੰਤ ਸਨੇਹੰ ਸੁਤ ਬਾਂਧਵੈ। ਮਹਾਰਾਜ ਕਹਿੰਦੇ ਲਾਹਨਤਾਂ ਹਨ ਉਹਨਾਂ ਮਨੁੱਖਾਂ ਨੂੰ ਜਿਹੜੇ ਮਾਤਾ ਪਿਤਾ ਦੇ ਮੋਹ ਵਿੱਚ ਹੀ ਪਏ ਹੋਏ ਆ, ਜਾਂ ਜਿਹੜੇ ਆਪਣੇ ਪਤੀ ਪਤਨੀ ਜਾਂ ਬੱਚਿਆਂ ਦੇ ਮੋਹ ਵਿੱਚ ਹੀ ਪਏ ਹੋਏ ਆ। ਮਹਾਰਾਜ ਕਹਿੰਦੇ ਜ਼ਿੰਮੇਵਾਰੀ ਨਿਭਾਓ। ਅੰਜਨ ਮਾਹੀ ਨਿਰੰਜਨ ਰਹੀਆ, ਜੋਗ ਜੁਗਤ ਤੇ ਪਾਈਐ। ਇਸ ਸੰਸਾਰ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਓ। ਇਹਦਾ ਮਤਲਬ ਇਹ ਥੋੜ੍ਹੀ ਨਾ ਹੁਣ ਸਾਰਾ ਦਿਨ ਮਾਈਆਂ ਘਰ ਦਾ ਕੰਮ ਹੀ ਕਰੀ ਜਾਣ, ਜਪਜੀ ਸਾਹਿਬ ਦਾ ਜਾਂ ਪੂਰਾ ਨਿਤਨੇਮ ਜਿਹੜਾ ਹੈ ਉਹ ਅਸੀਂ ਮਨ ਮਾਰ ਕੇ ਕਰ ਹੀ ਨਾ ਸਕੀਏ, ਮਨ ਦੇ ਥੋਟਸ ਨੂੰ, ਮਨ ਦੇ ਖਿਆਲਾਂ ਨੂੰ ਬੰਨ੍ਹ ਕੇ ਇੱਕ ਨਿਤਨੇਮ ਵੀ ਨਾ ਅਸੀਂ ਕਰ ਸਕੀਏ, ਇਹਨਾਂ ਆਪਣੇ ਆਪ ਨੂੰ ਮੋਹ ਵਿੱਚ ਫਸਾ ਲਈਏ। ਸੋ ਸੰਗਤ ਜੀ, ਇਸ ਕਰਕੇ ਇਹ ਭਾਈਆਂ ਵਾਸਤੇ, ਮਾਈਆਂ ਵਾਸਤੇ ਬਚਨ ਹਨ ਵੀ ਜ਼ਿਆਦਾ ਮੋਹ ਵਿੱਚ ਨਹੀਂ ਫਸਣਾ, ਮਾਇਆ ਵਿੱਚ ਨਹੀਂ ਫਸਣਾ, ਆਪਣਾ ਚਿੱਤ ਜਿਹੜਾ ਹੈ ਉਹ ਬਾਣੀ ਵਿੱਚ ਲਾ ਕੇ ਰੱਖਣਾ ਹੈ, ਕਿਉਂਕਿ ਬਾਣੀ ਹੀ ਸੱਚੀ ਹੈ, ਖੁਦ ਖੁਦਾ ਹੀ ਸੱਚਾ ਹੈ। ਖੁਦਾ ਨਾਲ ਆਸ਼ਕੀ ਪਾਵਾਂਗੇ, ਮੁਹੱਬਤ ਪਾਵਾਂਗੇ, ਉਹ ਸੱਚੀ ਹੈ, ਉਹਦੇ ਵਿੱਚ ਬੇਵਫਾਈ ਨਹੀਂ ਹੈ, ਧੋਖਾ ਨਹੀਂ ਦਿੰਦਾ ਖੁਦਾ। ਵਾਹਿਗੁਰੂ ਕਦੀ ਵੀ ਧੋਖਾ ਨਹੀਂ ਦਿੰਦਾ। ਸੰਸਾਰਿਕ ਸੰਗਤ ਜੀ ਰਿਸ਼ਤੇ ਬੀਬੀ ਵੀ ਧੋਖਾ ਦੇ ਜਾਂਦੀ ਹੈ, ਕੋਈ ਹਸਬੈਂਡ ਧੋਖਾ ਦੇ ਜਾਂਦਾ ਹੈ। ਸੋ ਇਹ ਜਦੋਂ ਤੱਕ ਬੰਦੇ ਨੂੰ ਕੁਝ ਠੋਕਰ ਨਹੀਂ ਵੱਜਦੀ, ਉਦੋਂ ਤੱਕ ਵੀ ਸੰਗਤ ਜੀ ਬੰਦੇ ਨੂੰ ਸੋਝੀ ਨਹੀਂ ਆਉਂਦੀ। ਅਸੀਂ ਚਲੋ ਇਹ ਬਚਨ ਕਰ ਸਕਦੇ ਹਾਂ, ਪਰ ਸੋਝੀ ਇਹ ਗੁਰੂ ਕਿਰਪਾ ਨਾਲ ਹੀ ਆਏਗੀ ਜਦੋਂ ਮਨੁੱਖ ਨੂੰ ਖੁਦ ਅਹਿਸਾਸ ਹੋਵੇ ਕਿ ਮੈਂ ਸਾਰੀ ਉਮਰ ਇਹਨਾਂ ਰਿਸ਼ਤੇਦਾਰਾਂ ਦਾ ਇੰਨਾ ਕਰਦੀ ਰਹੀ, ਮੈਨੂੰ ਕੀ ਮਿਲਿਆ। ਤਾਂ ਹੀ ਸੰਗਤ ਜੀ ਬੰਦਾ ਜਿਹੜਾ ਹੈ ਪਰਮਾਰਥ ਵੱਲ ਆਉਂਦਾ ਹੈ। ਐਵੇਂ ਮਨੁੱਖ ਪਰਮਾਰਥ ਵੱਲ ਆਉਂਦਾ ਨਹੀਂ ਛੇਤੀ ਕਿਤੇ ਨਾ। ਜਦੋਂ ਤੱਕ ਸੰਸਾਰ ਦੇ ਸਾਰੇ ਬੂਹੇ ਨਾ ਬੰਦ ਹੋ ਜਾਣ, ਸੰਸਾਰ ਤੋਂ ਇਹਨੂੰ ਠੋਕਰ ਨਾ ਵੱਜੇ, ਉਦੋਂ ਤੱਕ ਸੰਗਤ ਜੀ ਮਨੁੱਖ ਅਧਿਆਤਮ ਦੀ ਕਮਾਈ ਨਹੀਂ ਕਰਦਾ, ਗੁਰੂ ਦੇ ਨਾਲ ਸਾਂਝ ਨਹੀਂ ਪਾਉਂਦਾ। ਸੋ ਇਸ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਇਕੱਲਾ ਪਾ ਦਿੰਦਾ ਹੈ, ਸੋ ਐਵੇਂ ਮਨ ਨੂੰ ਗਮ ਨਾ ਲਾ ਲਿਆ ਕਰੋ ਵੀ ਸਾਡਾ ਕੋਈ ਵੀ ਨਹੀਂ ਬਣਿਆ, ਅਸੀਂ ਸਾਰਿਆਂ ਨਾਲ ਇੰਨਾ ਕੀਤਾ। ਸਗੋਂ ਇਹ ਸ਼ੁਕਰ ਕਰਿਆ ਕਰੋ ਵੀ ਵਾਹਿਗੁਰੂ ਨੇ ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਤੁਹਾਨੂੰ ਵਾਹਿਗੁਰੂ ਨੇ ਦਿਖਾਤਾ ਵੀ ਸੰਸਾਰ 'ਚ ਜਿੰਨਾ ਮਰਜ਼ੀ ਚੀਜ਼ਾਂ ਕਰ ਦੋ, ਉਹਨੇ ਅੰਤ ਵਿੱਚ ਧੋਖਾ ਹੀ ਦੇਣਾ। ਕਿਉਂਕਿ ਸੰਗਤ ਜੀ ਨੀਅਤ ਸਿਰਫ ਵਾਹਿਗੁਰੂ ਦੀ ਸਾਫ਼ ਹੈ, ਪਰਮੇਸ਼ਵਰ ਬੇਦਾਗ ਹੈ, ਬਾਕੀ ਸਾਰੇ ਅਸੀਂ ਗਲਤੀਆਂ ਦੇ ਭਰੇ ਹੋਏ ਹਾਂ। ਹਮ ਅਵਗੁਣ ਕਰੈ ਸੰਖ ਨੀਤ, ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ। ਸੰਗਤ ਜੀ ਇਹ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਹਮ ਅਵਗੁਣ ਕਰੈ ਸੰਖ ਨੀਤ, ਵੀ ਅਸੀਂ ਰੋਜ਼ਾਨਾ ਅਸੰਖਾਂ ਹੀ ਅਵਗੁਣ ਕਰਦੇ ਹਾਂ, ਗਿਣਤੀ ਨਹੀਂ ਹੋ ਸਕਦੀ। ਇੰਨੇ ਫੁਰਨਿਆਂ ਕਰਕੇ ਪਾਪ ਹੋ ਜਾਂਦੇ ਆ। ਮਨ ਵਿੱਚ ਤਾਂ ਸੋਚ ਲਿਆ ਨਾ ਕਿਸੇ ਬਾਰੇ ਕੁਝ ਗਲਤ ਸੋਚ ਲਿਆ, ਉਹ ਵੀ ਪਾਪ ਹੀ ਹੈ। ਸੋ ਸੰਗਤ ਜੀ ਇਸ ਕਰਕੇ ਆਪਣਾ ਬੂਝ ਲਿਓ, ਮੈਂ ਕੋਈ ਨਿਸਤਾਰਾ। ਵੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਾਨੂੰ ਸੋਝੀ ਬਖਸ਼ੋ ਵੀ ਤਾਂ ਕਿ ਮੇਰਾ ਭਲਾ ਹੋ ਜਾਵੇ। ਔਰ ਸੰਗਤ ਜੀ ਲੋਭ ਮੋਹ ਹੰਕਾਰ, ਇਸ ਕਰਕੇ ਹੰਕਾਰ ਤੋਂ ਵੀ ਦੂਰ ਰਹਿਣਾ। ਸੋ ਸੰਗਤ ਜੀ ਇਹ ਸੋਝੀ ਮੰਗਿਆ ਕਰੋ ਵਾਹਿਗੁਰੂ ਦੇ ਚਰਨਾਂ ਵਿੱਚੋਂ, ਮਹਾਰਾਜ ਸਾਨੂੰ ਸਹਿਜ ਪਾਠ ਦੀ ਦਾਤ ਬਖਸ਼ੋ, ਸਾਨੂੰ ਨਿਤਨੇਮ ਦੀ ਦਾਤ ਬਖਸ਼ੋ, ਸਾਨੂੰ ਆਪਣੇ ਮੂਲ ਮੰਤਰ ਗੁਰਮੰਤਰ ਦੀ ਦਾਤ ਬਖਸ਼ੋ। ਜਿੱਥੇ ਮਾਈਆਂ ਆ ਕੇ, ਵੀਰ ਆ ਕੇ ਵਾਹਿਗੁਰੂ ਤੋਂ ਹੋਰ ਦਾਤਾਂ ਮੰਗਦੇ ਆ, ਵਾਹਿਗੁਰੂ ਸਾਡਾ ਕੰਮਕਾਰ ਵਾਧਾ ਹੋ ਜਾਵੇ, ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇ, ਹੋਰ ਦਾਤਾਂ ਮੰਗਦੇ ਆ, ਉੱਥੇ ਆ ਕੇ ਸੰਗਤ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਸਹਿਜ ਪਾਠ ਦੀ ਦਾਤ ਵੀ ਮੰਗਿਆ ਕਰੋ।
ਨਿਤਨੇਮ ਦੀ ਦਾਤ ਵੀ ਮੰਗਿਆ ਕਰੋ। ਇਹ ਬਹੁਤ ਜ਼ਰੂਰੀ ਹੈ। ਮਹਾਰਾਜ ਤਾਂ ਇੱਥੋਂ ਤੱਕ ਬਚਨ ਕਰਦੇ ਆ ਵੀ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਮਹਾਰਾਜ ਕਹਿੰਦੇ ਵੀ ਜਿਹੜਾ ਸਿੱਖ ਮੇਰਾ ਜ਼ਿਆਦਾ ਟਾਈਮ ਬਾਣੀ ਪੜ੍ਹਦਾ ਹੈ, ਪਰਮੇਸ਼ਵਰ ਦਾ ਚਿੰਤਨ ਕਰਦਾ ਹੈ, ਵਾਹਿਗੁਰੂ 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 ਮੂਲ ਮੰਤਰ ਗੁਰ ਮੰਤਰ ਵਿੱਚ ਆਪਣਾ ਧਿਆਨ ਲਾਉਂਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਵੀ ਗੁਰੂ ਸਾਹਿਬ ਦੀ ਨਜ਼ਰਾਂ ਵਿੱਚ। ਔਰ ਸੰਗਤ ਜੀ, ਜੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕੇ ਨਾ, ਤੇ ਸਾਡੀ ਔਕਾਤ ਫਿਰ ਸਮਝੋ ਐਨੀ ਕਹਿ ਵੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲਾ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਇਸ ਸੰਸਾਰ ਵਿੱਚ ਸ਼ੋਭਾ ਵੀ ਹੁੰਦੀ ਹੈ, ਸਾਰੇ ਜੈ ਜੈਕਾਰ ਵੀ, ਨਾਮ ਵੀ ਵੱਜਦਾ ਵੀ ਫਲਾਣੇ ਬੰਦੇ ਦਾ ਵਧੀਆ ਚੜ੍ਹਦੀ ਕਲਾ ਹੈ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਕਹਿੰਦੇ ਜੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਤੁਸੀਂ ਬਣ ਸਕੇ ਨਾ, ਭਾਵੇਂ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚੋ, PhD ਕਰ ਲਓ, ਜੋ ਕੁਝ ਮਰਜ਼ੀ ਪ੍ਰਾਪਤ ਕਰ ਲਓ, ਪਰ ਜੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਪਾਏ, ਜੇ ਜੀਵਨ ਵਿੱਚ ਦਇਆ ਸੰਤੋਸ਼ ਖੀਮਾ ਨਿਮਰਤਾ ਇਹ ਦੈਵੀ ਗੁਣ ਨਹੀਂ ਧਾਰਨ ਕੀਤੇ, ਪਰਮੇਸ਼ਵਰ ਦਾ ਚਿੰਤਨ ਨਹੀਂ ਧਾਰਨ ਕੀਤਾ, ਸੰਗਤ ਜੀ ਫਿਰ ਇੱਕ ਮਹਾਰਾਜ ਕਹਿੰਦੇ ਵੀ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕੇ। ਫਿਰ ਤੁਹਾਡੀ ਔਕਾਤ ਇੱਕ ਕੀੜੀ ਤੋਂ ਵੀ ਘੱਟ ਹੈ। ਸੋ ਮਨੁੱਖ ਦਾ, ਸਿੱਖ ਦਾ ਦੇਖੋ, ਆਪਾਂ ਸਾਰੇ ਸਿੱਖ ਪਰਿਵਾਰਾਂ ਚੋਂ ਆ, ਸਾਡਾ ਸਿੱਖ ਦਾ ਬਸ ਇਹੀ ਫਰਜ਼ ਹੈ ਵੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਘਾਲਣਾ ਘਾਲਦੇ ਰਹੀਏ, ਇਹ ਸਾਧਨਾ ਕਰਦੇ ਰਹੀਏ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਮਹਾਰਾਜ ਕਹਿੰਦੇ ਵੀ ਜੋ ਮਹਾਰਾਜ ਬਚਨ ਕਰਦੇ ਉਸ ਨੂੰ ਕਮਾਓ, ਮਹਾਰਾਜ ਦੇ ਬਚਨਾਂ ਤੋਂ ਮੁੱਖ ਨਾ ਮੋੜੋ, ਮਹਾਰਾਜ ਦੇ ਬਚਨਾਂ ਤੋਂ ਭੱਜੋ ਨਾ। ਇਹ ਮਹਾਰਾਜ ਜੋ ਬਚਨ ਕਰਦੇ ਆ ਬਾਣੀ ਵਿੱਚ, ਬਾਣੀ ਦੇ ਅਨੁਸਾਰ ਆਪਣਾ ਜਿਹੜਾ ਹੈ ਉਹ ਜੀਵਨ ਬਿਤਾਓ। ਔਰ ਸੰਗਤ ਜੀ, ਇਹ ਜਿਹੜਾ ਮਹਾਰਾਜ ਨੇ ਸਿੱਖ ਦੀ ਡੈਫੀਨੇਸ਼ਨ ਦੱਸੀ ਹੈ 305 ਅੰਗ ਤੇ, ਧੰਨ ਗੁਰੂ ਰਾਮਦਾਸ ਜੀ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਿਆਲ ਹੋਵੈ ਮੇਰਾ ਸਤਿਗੁਰ, ਸੋ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪਿਆ ਵਰਾ ਨਾਮ ਜਪਾਵੈ। ਸੋ ਸੰਗਤ ਜੀ, ਇਹ ਮਹਾਰਾਜ ਨੇ ਇਹ ਸਿੱਖ ਵਾਸਤੇ ਬਚਨ ਕੀਤੇ ਆ ਵੀ ਠੀਕ ਹੈ ਤੁਸੀਂ PhD ਦੁਨਿਆਵੀ ਵਿੱਦਿਆ ਪ੍ਰਾਪਤ ਕਰਨੀ ਹੈ, ਵੱਧ ਤੋਂ ਵੱਧ ਕਰੋ, ਪਰ ਘੱਟੋ ਘੱਟ ਸੰਗਤ ਜੀ ਜਿਹੜੀਆਂ ਮਾਈਆਂ, ਜਿਹੜੇ ਵੀਰ ਅੰਮ੍ਰਿਤਧਾਰੀ ਹਨ, ਘੱਟੋ ਘੱਟ ਹਰ ਅੰਮ੍ਰਿਤਧਾਰੀ ਬੀਬੀ ਵਾਸਤੇ, ਹਰ ਅੰਮ੍ਰਿਤਧਾਰੀ ਵੀਰ ਵਾਸਤੇ ਇਹ ਹੁਕਮ ਹੈ ਮਹਾਰਾਜ ਦਾ ਸਭ ਤੋਂ ਪਹਿਲਾ ਵੀ 7 ਬਾਣੀਆਂ ਦੀ ਘੱਟੋ ਘੱਟ ਲੜੀਵਾਰ ਸੰਥਿਆ ਕਰੇ। ਨਿਤਨੇਮ ਦੀ ਬਾਣੀਆਂ ਦੀ ਲੜੀਵਾਰ ਸਰੂਪ 7 ਬਾਣੀਆਂ ਘੱਟੋ ਘੱਟ ਸੰਗਤ ਜੀ, ਇਹ ਨਿਤਨੇਮ ਦੀ ਸੰਥਿਆ ਸਾਨੂੰ ਕਰਨੀ ਚਾਹੀਦੀ ਹੈ। ਜੇ ਅੰਮ੍ਰਿਤ ਛਕ ਕੇ ਵੀ ਜੇ ਸਾਨੂੰ ਹੀ ਸ਼ੁੱਧ ਬਾਣੀ ਪੜ੍ਹਨੀ ਨਹੀਂ ਆਏਗੀ ਅੰਮ੍ਰਿਤਧਾਰੀ ਸਿੱਖਾਂ ਨੂੰ, ਬੀਬੀਆਂ ਨੂੰ, ਹੋਰ ਕਿਹਨੂੰ ਆਏਗੀ? ਫਿਰ ਜੇ ਅਸੀਂ ਨਹੀਂ ਸੰਥਿਆ ਕਰਾਂਗੇ, ਫਿਰ ਹੋਰ ਸਹਿਜਧਾਰੀ ਮੁੰਨੇ ਕੋਨੇ ਆ ਕੇ ਥੋੜ੍ਹਾ ਨਾ ਸੰਥਿਆ ਕਰਨਗੇ, ਉਹ ਗੁਰਮਤਿ ਦੀ ਵਿੱਦਿਆ ਥੋੜ੍ਹਾ ਨਾ ਪ੍ਰਾਪਤ ਕਰਨਗੇ। ਸੋ ਇਹ ਫਰਜ਼ ਬਣਦਾ ਹੈ, ਹਰ ਅੰਮ੍ਰਿਤਧਾਰੀ ਬੀਬੀ ਦਾ ਇਹ ਫਰਜ਼ ਬਣਦਾ ਹੈ ਆਪਣਾ ਘੱਟੋ ਘੱਟ 7 ਬਾਣੀਆਂ ਦੀ ਨਿਤਨੇਮ ਦੀ ਸੰਥਿਆ ਲਵੇ। ਔਰ ਫਿਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜਾ ਗੁਰਬਾਣੀ ਦਰਪਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਦੇ ਅਰਥ ਕੀਤੇ ਹਨ, ਨਿਤਨੇਮ ਦੇ ਸਟੀਕ ਵਿੱਚੋਂ ਆਪਣਾ ਗੁਰਬਾਣੀ ਵਿਆਕਰਨ ਸਿੱਖੇ, ਔਰ ਜਿਹੜਾ ਹੈ ਇਹ ਗੁਰਬਾਣੀ ਦੇ ਅਰਥ ਪੜ੍ਹੇ ਨਿਤਨੇਮ ਦੇ ਸਟੀਕ ਵਿੱਚੋਂ। ਹੁਣ ਸੰਗਤ ਜੀ, ਉਦਾਹਰਨ ਦੇ ਤੌਰ ਤੇ ਮੈਂ ਆਪ ਜੀ ਨੂੰ ਇੱਕ ਪ੍ਰਸ਼ਨ ਕਰਾਂ ਕਿ ਸੰਗਤ ਜੀ ਆਪ ਜੀ ਇਹਦਾ ਮੈਨੂੰ ਬਚਨ ਸੁਣਾਓ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਹੁਣ ਮੈਂ ਆਪ ਜੀ ਨੂੰ ਕਹਾਂ ਸੰਗਤ ਜੀ ਵੀ ਇਹ ਪੰਕਤੀ ਦੇ ਮੈਨੂੰ ਅਰਥ ਸੁਣਾਓ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਤੇ ਤੁਸੀਂ ਇਹੀ ਕਹੋਗੇ ਵੀ ਬਾਬਾ ਜੀ ਵੀ ਸੋਚਿਆ ਸੋਚਣਾ ਵੀ ਅਸੀਂ ਜੇ ਲੱਖਾਂ ਵਾਰ ਵੀ ਸੋਚ ਲਈਏ ਸਾਡੀਆਂ ਸੋਚਾਂ ਸੋਚਣ ਨਾਲ ਕੁਝ ਨਹੀਂ ਹੋਣਾ। ਪਰ ਸੰਗਤ ਜੀ ਇਹਦੇ ਅਰਥ ਇਹ ਨਹੀਂ ਹਨ, ਇਹਦੇ ਅਰਥ ਇਹ ਹਨ ਸੋਚਿਆ ਸੋਚਣਾ ਹੋਵੇ, ਇਹਦੇ ਭਾਵ ਇਹ ਹੈ ਅਰਥ ਵੀ ਜੇ ਅਸੀਂ ਲੱਖਾਂ ਵਾਰ ਸੁਚਮਤਾ ਕਰ ਲਈਏ, ਇਸ਼ਨਾਨ ਕਰ ਲਈਏ ਵੀ ਤਾਂ ਵੀ ਜਿਹੜੀ ਹੈ ਗੁਰੂ ਦੀ ਬਖਸ਼ਿਸ਼ ਨਹੀਂ ਹੋਣੀ। ਸੋ ਇਹ ਜਿਹੜੇ ਇਹਦੇ ਅਰਥ ਹਨ ਇਹ ਗੁਰਬਾਣੀ ਵਿਆਕਰਨ ਅਨੁਸਾਰ ਜਿਹੜੇ ਹਨ ਉਹ ਕੀਤੇ ਗਏ ਹਨ। ਜਿਵੇਂ ਇੰਗਲਿਸ਼ ਗ੍ਰਾਮਰ ਆਪਾਂ ਪੜ੍ਹਦੇ ਹਾਂ ਨਾ, 12 ਸੈਂਟੈਂਸ ਹੈ, ਨਰੇਸ਼ਨ ਹੈ, ਅੱਗੋਂ ਫਿਰ ਉਹਨਾਂ ਦੇ ਸੈਂਟੈਂਸ ਹੈ ਆਪਾਂ ਜਦੋਂ ਇੰਗਲਿਸ਼ ਸਿੱਖਦੇ ਹਾਂ, ਤੇ ਐਵੇਂ ਹੀ ਸੰਗਤ ਜੀ ਗੁਰਬਾਣੀ ਵਿਆਕਰਨ ਹੈ, ਇਹਦੇ ਵੀ ਆਪਣਾ ਹੈਗੇ ਹਨ ਤਰੀਕੇ ਗੁਰਬਾਣੀ ਦੇ ਅਰਥ ਕਰਨ ਦੇ। ਆਪਣਾ ਜਿਵੇਂ ਨਾਨਕ ਦੇ ਕੱਕੇ ਥੱਲੇ ਜੇ ਔਂਕੜ ਆ ਜਾਵੇ ਉੱਥੇ ਵਿਸ਼ਰਾਮ ਨਹੀਂ ਲਾਣਾ,
ਔਰ ਜਿੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਨਾ ਆਵੇ, ਜਿਹੜਾ ਕੱਕਾ ਲਾਸਟ ਅੱਖਰ ਹੈ ਉਹ ਮੁਕਤਾ ਹੋਵੇ, ਭਾਵ ਉਸ ਅੱਖਰ ਨੂੰ ਕੋਈ ਮਾਤਰਾ ਨਾ ਲੱਗੀ ਹੋਵੇ, ਉੱਥੇ ਵਿਸ਼ਰਾਮ ਲਾਣਾ ਹੈ। ਸੋ ਸੰਗਤ ਜੀ, ਇਹ ਬੇਸਿਕ ਜੀ ਨੌਲੇਜ ਹੈ। ਇਹ ਹਰ ਇੱਕ ਅੰਮ੍ਰਿਤਧਾਰੀ ਬੀਬੀ ਦਾ, ਹਰ ਇੱਕ ਗੁਰਸਿੱਖ ਦਾ, ਭਾਈ ਦਾ ਇਹ ਫਰਜ਼ ਬਣਦਾ ਹੈ ਵੀ ਇੰਨੀ ਕੁ ਨੌਲੇਜ ਲਵੇ, ਗੁਰਬਾਣੀ ਦੀ ਸੰਥਿਆ ਕਰੇ। ਔਰ ਜਿਹਦੇ ਮਨ ਵਿੱਚ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭਾਵਨਾ ਹੈ, ਵੀ ਜਿਵੇਂ ਹੁਣ ਮੈਂ ਆਪ ਜੀ ਨੂੰ ਬਚਨ ਸੁਣਾਇਆ ਵੀ ਜਨ ਨਾਨਕ ਧੂੜ ਮੰਗੈ ਗੁਰਸਿੱਖ ਕੀ, ਜੋ ਆਪ ਜਪੈਵਰਾ ਨਾਮ ਜਪਾਵੈ। ਵੀ ਗੁਰੂ ਰਾਮਦਾਸ ਜੀ ਕਹਿੰਦੇ ਵੀ ਅਸੀਂ ਉਹ ਗੁਰਸਿੱਖ ਦੀ ਚਰਨਾਂ ਦੀ ਧੂੜ ਮੰਗਦੇ ਹਾਂ ਵੀ ਜਿਹੜਾ ਸਿੱਖੀ ਦਾ ਪ੍ਰਚਾਰ ਕਰਦਾ, ਸਾਡੇ ਪੰਥ ਦਾ ਪ੍ਰਚਾਰ ਕਰਦਾ, ਵੀ ਗੁਰਬਾਣੀ ਦੀ ਸੰਥਿਆ ਖੁਦ ਕਰਦਾ ਹੈ, ਔਰ ਅੱਗੋਂ ਹੋਰਾਂ ਬੱਚਿਆਂ ਨੂੰ ਵੀ ਗੁਰਬਾਣੀ ਦੀ ਸੰਥਿਆ ਜਿਹੜਾ ਹੈ ਉਹ ਕਰਾਉਂਦਾ ਹੈ। ਸੰਗਤ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੰਗਤ ਜੀ ਬੱਚਿਆਂ ਨੂੰ ਮਹਾਰਾਜ ਸੰਗਤ ਜੀ ਗੁਰਮੁਖੀ ਪੜ੍ਹਾਉਂਦੇ ਰਹੇ, 35 ਅੱਖਰੀ ਪੜ੍ਹਾਉਂਦੇ ਰਹੇ, ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਕੱਕਾ, ਇਹ ਸਾਰੇ ਅੱਖਰ ਸੰਗਤ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪੜ੍ਹਾਉਂਦੇ ਰਹੇ ਬੱਚਿਆਂ ਨੂੰ। ਮਹਾਰਾਜ ਨੇ ਸੰਗਤ ਜੀ ਖੁਦ ਬੱਚਿਆਂ ਨੂੰ ਇਹ ਗੁਰਬਾਣੀ ਪੰਜਾਬੀ ਪੜ੍ਹਨੀ ਸਿਖਾਈ, ਮਾਂ ਬੋਲੀ ਗੁਰਮੁਖੀ ਸਿਖਾਈ। ਸੋ ਸੰਗਤ ਜੀ, ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪ ਜੀ ਨੇ ਪ੍ਰਵਾਨ ਕਰਨੀ, ਜੋ ਮਹਾਰਾਜ ਨੇ ਉਹਨੂੰ ਤੁੱਛ ਬੁੱਧੀ ਬਖਸ਼ੀ ਹੈ ਕਿ ਭਾਈ 7 ਬਾਣੀਆਂ ਦੇ ਘੱਟੋ ਘੱਟ ਲੜੀਵਾਰ ਸੰਥਿਆ ਕਰੋ। ਬਾਣੀ 7 ਬਾਣੀਆਂ ਤੁਹਾਨੂੰ ਸ਼ੁੱਧ ਪੜ੍ਹਨੀ ਆਉਣੀਆਂ ਚਾਹੀਦੀਆਂ ਹਨ। ਇੱਕ ਓੰਕਾਰ ਦਾ ਉਚਾਰਨ ਕਿਵੇਂ ਕਰਨਾ, ਉਸ ਤੋਂ ਬਾਅਦ ਜਾਪ ਸਾਹਿਬ ਬੜੀ ਮਹਿੰਗੀ ਬਾਣੀ ਹੈ, ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ, ਜਾਂ ਰਾਜਾਨ ਰਾਜ ਭਾਨ ਅਨਭਾਨ, ਜਾਂ ਨਾ ਛਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਜਾਏ, ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ, ਐਵੇਂ ਜਾਪ ਸਾਹਿਬ ਦੀ ਬਾਣੀ। ਸੋ ਸੰਗਤ ਜੀ, ਇਹ ਸਾਰੀਆਂ ਬਾਣੀਆਂ ਜਿਹੜੀਆਂ ਹਨ ਇਹਦੇ ਨਿਤਨੇਮ ਦੇ ਅਰਥ ਪੜ੍ਹਨੇ ਔਰ ਇਹ ਸੰਥਿਆ ਕਰਨੀ। ਔਰ ਜਿਹੜੀ ਬੀਬੀ ਦੇ ਮਨ ਵਿੱਚ, ਜਿਹੜੇ ਪੀਰ ਦੇ ਮਨ ਵਿੱਚ ਗੁਰਬਾਣੀ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੋਈ ਇੱਛਾ ਹੈ ਵੀ ਅਸੀਂ ਸੰਗਤਾਂ ਨੂੰ ਵੀ ਅੰਮ੍ਰਿਤਧਾਰੀ ਛਕਾਈਏ, ਉਹਨਾਂ ਨੂੰ ਪ੍ਰੇਰਿਤ ਕਰੀਏ, ਉਸ ਦੇ ਵਾਸਤੇ ਸੰਗਤ ਜੀ ਪਹਿਲੋਂ 7 ਬਾਣੀਆਂ ਨਿਤਨੇਮ ਦੀਆਂ, ਫਿਰ ਉਸ ਤੋਂ ਬਾਅਦ 5 ਗ੍ਰੰਥੀ 10 ਗ੍ਰੰਥੀ, ਜਿਹੜੀ ਸੰਪਰਦਾਇ ਮਰਿਆਦਾ ਹੈ, ਜਿਹੜੀ ਬੁੱਢਾ ਦਲ ਤਲਾ ਪੰਥਾਂ 'ਚ ਵੀ ਚੱਲੀ ਆ ਰਹੀ ਹੈ, 5 ਗ੍ਰੰਥੀ 10 ਗ੍ਰੰਥੀ। ਫਿਰ ਸੰਗਤ ਜੀ ਉਸ ਤੋਂ ਬਾਅਦ 22 ਵਾਰਾਂ, ਫਿਰ ਭਗਤ ਬਾਣੀ ਗੁਰੂ ਇਹ ਲੜੀਵਾਰ ਸੰਥਿਆ। ਫਿਰ ਸੰਗਤ ਜੀ ਉਸ ਤੋਂ ਬਾਅਦ ਭੱਟਾਂ ਦੇ ਸਵਈਏ, ਹੋਰ ਮਹਿੰਗੀ ਬਾਣੀਆਂ ਜਿਹੜੀਆਂ ਹਨ। ਔਰ ਫਿਰ ਸੰਗਤ ਜੀ ਇਹ ਸੰਥਿਆ ਕਰਨ ਤੋਂ ਬਾਅਦ ਫਿਰ ਜਿਹੜਾ ਹੈ ਦਸਮ ਗ੍ਰੰਥ ਸਾਹਿਬ ਦੀ ਸੰਥਿਆ, ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਸੰਥਿਆ। ਔਰ ਫਿਰ ਸੰਗਤ ਜੀ ਇਹ ਜਿਹੜੇ ਹਨ ਅਧਿਆਤਮਿਕ ਗ੍ਰੰਥ ਪੜ੍ਹਨੇ, ਸਾਰ ਕੁਤਾਵਲੀ, ਭਾਵਰ ਸਮਰਾਂਤੀ, ਅਧਿਆਤਮ ਪ੍ਰਕਾਸ਼, ਪ੍ਰਬੋਧ ਚੰਦਰ ਨਾਟਕ, ਵਿਦਿਆ ਸਾਗਰ, ਚਾਣਕਿਆ ਨੀਤੀ, ਇਹ ਸਾਰੇ ਸੰਪਰਦਾਇ ਗ੍ਰੰਥ ਹਨ। ਇਹ ਜਿਵੇਂ ਹੁਣ ਮਹਾਰਾਜ ਸੂਰਜ ਪ੍ਰਕਾਸ਼ ਦੀ ਕਥਾ ਹੈ ਵੀ ਜੇ ਕਿਸੇ ਨੇ ਕਥਾ ਸਿੱਖਣੀ ਹੋਵੇ ਸਾਰੇ ਗ੍ਰੰਥਾਂ ਦੀ ਵਿਦਿਆ ਉਹਨੂੰ ਲੈਣੀ ਪੈਂਦੀ ਹੈ। ਸੋ ਸੰਗਤ ਜੀ ਐਂ ਫਿਰ ਜਦੋਂ ਸਾਰੀ ਆਪਾਂ ਇਹ ਵਿਦਿਆ ਲੈ ਕੇ ਫਿਰ ਅਸੀਂ ਆਪ ਜਦੋਂ ਗੁਰ ਇਤਿਹਾਸ ਦੀ ਕਥਾ ਸਾਨੂੰ ਕਰਨੀ ਆ ਜਾਏਗੀ, ਫਿਰ ਆਪਣੇ ਆਪ ਪ੍ਰਚਾਰ ਹੋਏਗਾ। ਸੋ ਲੱਗ ਜਾਂਦੇ ਆ 2 ਸਾਲ ਲੱਗ ਜਾਂਦੇ ਆ ਵਿਦਿਆ ਪ੍ਰਾਪਤ ਕਰਦੇ ਹੋਏ, ਕੋਈ ਇੰਨੀ ਕਠਿਨ ਵਿਦਿਆ ਨਹੀਂ ਹੈ। ਜਿਨ੍ਹਾਂ ਦਾ ਇੰਟਰਸਟ ਹੈ ਇੱਧਰ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ, ਜਿਨ੍ਹਾਂ ਦਾ ਮਨ ਲੱਗਦਾ, ਇਹ ਵੀ ਸੰਗਤ ਜੀ ਆਪਣਾ ਬੱਚਿਆਂ ਦਾ ਟੈਲੈਂਟ ਹੁੰਦਾ ਹੈ, ਆਪਣੀ ਫੀਲਡ ਹੁੰਦੀ ਹੈ, ਵੀ ਜਿਹਦੇ ਵਿੱਚ ਬੱਚੇ ਦਾ ਮਨ ਲੱਗੇ ਉੱਧਰ ਹੀ ਬੱਚੇ ਨੂੰ ਲਾਉਣਾ ਚਾਹੀਦਾ। ਸੋ ਇਹ ਵੀ ਬੇਨਤੀ ਪ੍ਰਵਾਨ ਕਰਨੀ, ਆਪ ਜੀ ਨੇ ਘੱਟੋ ਘੱਟ ਸੰਗਤ ਜੀ 7 ਬਾਣੀਆਂ ਨਿਤਨੇਮ ਦੀ ਸੰਥਿਆ ਆਪ ਜੀ ਨੇ ਇਹ ਜ਼ਰੂਰ ਕਰਨੀ। ਇਹ ਗ੍ਰੰਥੀ ਸਿੰਘ ਜੀ ਤੋਂ ਜਾਂ ਆਪਣਾ ਗਿਆਨੀ ਜੀ ਨੂੰ ਭਾਵੇਂ ਫੋਨ ਤੇ ਕਰ ਲਓ, ਗਿਆਨੀ ਹਰਸਿਮਰਨ ਸਿੰਘ ਜੀ ਜਾਂ ਹੋਰ ਮਹਾਂਪੁਰਸ਼ਾਂ ਦੇ ਜਿਹੜੇ ਕਮਾਈ ਵਾਲੇ ਭਾਈ ਜੀ ਤੋਂ ਆਪਣਾ ਇਹ ਵੀ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ। ਸੋ ਸੰਗਤ ਜੀ ਬੂਝ ਲਿਓ ਮੈਂ ਹੋਏ ਨਿਸਤਾਰਾ, ਵੀ ਕਹਿੰਦੇ ਵੈਦ ਜੀ ਕਹਿੰਦੇ ਮਹਾਰਾਜ ਸਾਨੂੰ ਸੋਝੀ ਬਖਸ਼ੋ ਵੀ ਤਾਂ ਕਿ ਸਾਡਾ ਭਲਾ ਹੋ ਜਾਵੇ। ਅਸ ਵਿਚਾਰ ਕਰ ਵੈਦ ਸਿਆਣਾ, ਅਸ ਵਿਚਾਰ ਕਰ ਵੈਦ ਸਿਆਣਾ। ਸੋ ਸੰਗਤ ਜੀ ਐ ਵੈਦ ਨੇ ਸੰਗਤ ਜੀ ਬੜੇ ਡੂੰਘੇ ਬਚਨ ਕੀਤੇ ਆ। ਦੇਖੋ ਆਪਣਾ ਅਧਿਆਤਮ ਦੇ ਬਚਨ ਕਰਨੇ, ਪਰਮਾਰਥ ਦੇ, ਇਹ ਬੜੀ ਉਹ ਮੈਂ ਕਹਿੰਦਾ ਮਹਾਰਾਜ ਦੀ ਬਖਸ਼ਿਸ਼ ਹੈ। ਉਹ ਗੁਰਸਿੱਖਾਂ ਦੇ ਜਿਹੜੇ ਬੰਦਗੀ ਦੀ ਗੱਲ ਕਰਦੇ ਆ, ਜਿਹੜੇ ਮਹਾਂਪੁਰਸ਼ਾਂ ਦੇ ਵਾਸਤੇ ਭਜਨ ਪੁੱਛਦੇ ਆ। ਜਿਵੇਂ ਸੰਗਤ ਜੀ ਇਹ ਸ਼ਲੋਕ ਵਾਰਾਂ ਤੇ ਵਧੀਕ ਮਹੱਲੇ ਚੌਥੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗੁਰਮੁਖ ਕਰੇ ਸਾਈ ਭਗਤ ਹੋਵੇ। ਸੰਗਤ ਜੀ ਦਾਸ ਨੇ ਮਹਾਂਪੁਰਸ਼ਾਂ ਨੂੰ ਪੁੱਛਿਆ, ਬਾਬਾ ਜੀ ਵੀ ਗੁਰਮੁਖ ਕਰੇ ਸਾਈ ਭਗਤ ਹੋਵੇ, ਇਹਦਾ ਮਤਲਬ ਬਾਕੀ ਸਿੱਖ ਜਾਂ ਅਸੀਂ ਬਾਣੀ ਪੜ੍ਹਦੇ ਹਾਂ ਉਹ ਸਾਡੀ ਥਾਂ ਹੀ ਨਹੀਂ ਪੈਂਦੀ? ਵੀ ਮਹਾਰਾਜ ਕਹਿੰਦੇ ਵੀ ਗੁਰਮੁਖ ਕਰੇ ਸਾਈ ਭਗਤ ਹੋਵੇ, ਵੀ ਜਿਹੜਾ ਗੁਰਮੁਖ ਬਾਣੀ ਪੜ੍ਹਦਾ ਸਿਮਰਨ ਕਰਦਾ ਉਹੀ ਭਗਤੀ ਹੈ, ਬਾਕੀ ਭਗਤੀ ਨਹੀਂ। ਸੰਗਤ ਜੀ ਮਹਾਂਪੁਰਸ਼ ਕਹਿੰਦੇ ਵੀ ਸਿੱਖਾ ਵੀ ਆਪਣਾ ਇਹਦੇ ਬਚਨ ਇਸ ਤਰ੍ਹਾਂ ਹਨ ਵੀ ਗੁਰਮੁਖ ਕਰੇ ਵੀ ਜਿਹੜਾ ਸਿੱਖ ਹਮੇਸ਼ਾ ਗੁਰੂ ਨੂੰ ਆਪਣੇ ਅੰਗ ਸੰਗ ਜਾਣੇ ਔਰ 24 ਘੰਟੇ ਮਾੜੇ ਕਰਮ ਕਰਨ ਤੋਂ ਬਚੇ, ਵੀ ਗੁਰੂ ਸਾਹਿਬ ਦਾ ਡਰ ਰੱਖੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ।
ਸੋ ਸੰਗਤ ਜੀ ਐਵੇਂ ਜਿਹੜਾ ਗੁਰਸਿੱਖ ਫਿਰ ਮਾੜੇ ਕਰਮ ਕਰਨ ਤੋਂ ਬਚਦਾ ਹੈ, ਉਸ ਦੀ ਹੀ ਭਗਤੀ ਪ੍ਰਵਾਨ ਹੈ। ਹੁਣ ਆਪਾਂ ਗੁਰੂ ਘਰ ਆ ਜਾਈਏ, ਬਾਣੀ ਪੜ੍ਹੀ ਜਾਈਏ, ਨਾਲ ਨਾਲ ਮਾੜੇ ਕਰਮ ਵੀ ਕਰੀ ਜਾਈਏ, ਛਲ ਕਪਟ ਈਰਖਾ ਕਰੀ ਜਾਈਏ, ਕ੍ਰੋਧ ਵਿੱਚ ਆਈ ਜਾਈਏ, ਹੰਕਾਰ ਕਰੀ ਜਾਈਏ, ਸੰਗਤ ਜੀ ਫਿਰ ਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਹੀ ਨਹੀਂ। ਜਦ ਮਹਾਰਾਜ ਦਾ ਬਚਨ ਹੀ ਨਹੀਂ ਮੰਨਣਾ, ਬਾਣੀ ਕੁਝ ਕਹਿ ਰਹੀ, ਆਪਾਂ ਕੁਝ ਕਹਿ ਰਹੇ ਹਾਂ, ਆਪਾਂ ਚਲਾਕੀਆਂ ਕਲੈਵਰਨੈਸ ਬੜੇ ਆਪਾਂ। ਪਰ ਮਹਾਰਾਜ ਕਹਿੰਦੇ ਆ ਵੀ ਚਤੁਰਾਈ ਨੂੰ ਬਿਲਕੁਲ ਛਾਡੀ ਦੇ, ਭੋਲਾ ਬਣ ਜਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਤੇ ਆਪਾਂ ਸੰਗਤ ਜੀ ਛੋਟੀ ਛੋਟੀ ਗੱਲ ਤੇ ਚਲਾਕੀਆਂ ਚੱਲਦੇ ਆਂ, ਦੂਜੇ ਬੰਦੇ ਦਾ ਉੱਲੂ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਅਗਲੇ ਨੂੰ ਪਤਾ ਨਾ ਲੱਗੇ, ਤੇਜ਼ ਤਰਾਕ। ਪਰ ਮਹਾਰਾਜ ਕਹਿੰਦੇ ਭੋਲਾ ਬਣ ਜਾ, ਧੰਨੇ ਸੇਵਿਆ ਬਾਲ ਬੁੱਧ। ਸੋ ਸੰਗਤ ਜੀ ਐਵੇਂ ਬਾਣੀ ਨੂੰ ਕਮਾਣਾ ਦੇਖੋ ਬਹੁਤ ਕਠਿਨ ਹੈ। ਬਾਲ ਬੁੱਧ ਵਿੱਚ ਵਿਚਰਨਾ ਪੈਂਦਾ ਹੈ। ਮੱਤ ਹੁੰਦੇ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਮਹਾਰਾਜ ਕਹਿੰਦੇ ਜੇ ਭਗਤ ਬਣਨਾ ਫਿਰ ਇਆਣਾ ਬਣ ਕੇ ਜੀਣਾ ਪਏਗਾ, ਵੀ ਐਵੇਂ ਬਣ ਕੇ ਰਹਿਣਾ ਪਏਗਾ ਵੀ ਮੈਂ ਕੁਛ ਨਹੀਂ ਜਾਣਦਾ, ਵੀ ਮਨ ਵਿੱਚ ਹਉਮੈ ਨਹੀਂ ਆਉਣ ਦੇਣੀ ਕਿ ਮੈਂ ਹੀ ਮੈਂ ਵਾਂ, ਇਹ ਅਹੰਗ ਬੁੱਧ ਨਹੀਂ ਆਉਣ ਦੇਣੀ। ਸੋ ਅਸ ਵਿਚਾਰ ਕਰ ਵੈਦ ਸਿਆਣਾ। ਸੰਗਤ ਜੀ ਐਵੇਂ ਫਿਰ ਜਿਹੜੇ ਮਹਾਰਾਜ ਨੂੰ ਇਹ ਜਿਹੜੇ ਬਚਨ ਕਰ ਰਹੇ ਹਨ ਅਧਿਆਤਮ ਦੇ, ਮਹਾਰਾਜ ਕਹਿੰਦੇ ਬੜਾ ਸਿਆਣਾ ਵੈਦ ਹੈ। ਬੰਦ ਹਾਥ ਦੋ ਬਚਨ ਬਖਾਨਾ। ਸੰਗਤ ਜੀ ਐਵੇਂ ਹੱਥ ਜੋੜ ਕੇ ਦੇਖੋ, ਇਹ ਜਿਹੜੇ ਹਨ ਬ੍ਰਹਮ ਵਿਦਿਆ, ਗੁਰਮਤਿ ਵਿਦਿਆ, ਇਹ ਸੰਗਤ ਜੀ ਮਹਾਰਾਜ ਦੇ ਤਰਸ ਨਾਲ ਹੀ ਆਉਂਦੀ ਹੈ, ਇਹ ਆਪਣੇ ਜ਼ੋਰ ਨਾਲ ਮਾਇਆ ਨਾਲ ਨਹੀਂ ਆਉਂਦੀ। ਸੋ ਜਿੰਨਾ ਮਨੁੱਖ ਅੰਦਰੋਂ ਨੀਵਾਂ ਹੋਏਗਾ, ਜਿੰਨੀ ਅੰਦਰੋਂ ਨਿਮਰਤਾ ਧਾਰਨ ਕਰੇਗਾ, ਓਨੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਏਗੀ। ਇਹ ਆਪਣੇ ਉਦਮ ਨਾਲ ਨਹੀਂ ਆਉਂਦੀ ਸੰਗਤ ਜੀ। ਸੋ ਐਵੇਂ ਹੱਥ ਜੋੜ ਕੇ, ਔਰ ਸੰਗਤ ਜੀ ਇਹ ਮਹਾਂਪੁਰਸ਼ਾਂ ਕੋਲ ਜਾਣ ਦੀ ਜਾਂਚ ਵੀ ਹੈ, ਵੀ ਕਿਸੇ ਕਮਾਈ ਵਾਲੇ ਮਹਾਂਪੁਰਸ਼ਾਂ ਕੋਲ ਜਾਣਾ ਹੋਵੇ, ਗੁਰੂ ਘਰ ਵੀ ਆਉਣਾ ਹੋਵੇ, ਸੰਗਤ ਜੀ ਨਿਮਰਤਾ ਵਿੱਚ ਹੀ ਆਉਣਾ ਚਾਹੀਦਾ। ਤੇ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰ ਰਿਹਾ, ਮਹਾਰਾਜ ਕਿਰਪਾ ਕਰੋ ਵੀ ਸਾਡੇ ਤੇ ਤਰਸ ਕਰੋ, ਵੀ ਸਾਨੂੰ ਬਚਨ ਦੱਸ ਦਵੋ, ਵੀ ਸਾਡਾ ਜਨਮ ਸਫਲ ਕਰ ਦਵੋ। ਤੁਮਰੇ ਬਚਨ ਸੁਨਤ ਅਪਿਲਾਖਾ। ਮਹਾਰਾਜ ਸਾਡੇ ਬਚਨ ਸੁਣ ਕੇ ਜਿਹੜੇ ਹੈ ਵੀ ਸਾਡਾ ਮਨ ਖਿੜ ਜਾਏਗਾ, ਅਵਸਥਾ ਪ੍ਰਾਪਤ ਹੋ ਜਾਏਗੀ। ਬੱਦੀ ਮੋਹ ਮਨ ਜਿਉ ਤਰਸਾਖਾ। ਸੋ ਸੰਗਤ ਜੀ ਕਹਿੰਦੇ ਮੇਰੇ ਮਨ ਵਿੱਚ ਮੋਹ ਬਹੁਤ ਵਧਿਆ ਹੋਇਆ ਹੈ, ਭਾਵ ਮਨ ਸੰਸਾਰਿਕ ਰਿਸ਼ਤਿਆਂ ਵਿੱਚ ਫਸਿਆ ਹੋਇਆ ਹੈ, ਵੀ ਮਨ ਬਾਣੀ ਵਿੱਚ ਨਹੀਂ ਜੁੜਦਾ। ਜਿਵੇਂ ਦਰਖਤ ਦੀ ਟਹਿਣੀ ਬੜੀ ਵੱਡੀ ਹੋ ਜਾਂਦੀ ਹੈ, ਲੰਬੀ ਹੋਈ ਪਈ ਹੈ, ਐਵੇਂ ਮੇਰਾ ਮਨ ਜਿਹੜਾ ਹੈ ਉਹ ਸੰਸਾਰ ਵਿੱਚ ਫਸਿਆ ਹੋਇਆ ਹੈ। ਕਰੁਣਾ ਕਰ ਜੋ ਸਭ ਬਿਰਤਾਤਾ। ਤੇ ਇਹ ਦਇਆ ਕਰਕੇ ਵੀ ਮਹਾਰਾਜ ਜੀ ਆਪ ਜੀ ਤਰਸ ਕਰੋ, ਮੈਂ ਆਪਣੀ ਸਾਰੀ ਅਵਸਥਾ ਜਿਹੜੀ ਹੈ ਉਹ ਤੁਹਾਨੂੰ ਦੱਸ ਦਿੱਤੀ ਹੈ। ਕਰੋ ਆਪ ਜਿਉ ਮੁਝ ਹੋਏ ਸ਼ਾਂਤਾ। ਤੇ ਮਹਾਰਾਜ ਆਪ ਜੀ ਤਰਸ ਕਰੋਗੇ ਫੇਰ ਹੀ ਮਨ ਸ਼ਾਂਤ ਹੋ ਸਕਦਾ, ਨਹੀਂ ਤੇ ਸੰਗਤ ਜੀ ਇਹ ਮਨ ਨਹੀਂ ਸ਼ਾਂਤ ਹੁੰਦਾ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਸੁਝੀ ਹੈ। ਸੋ ਸੰਗਤ ਜੀ ਡਿਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਸੋ ਸੰਗਤ ਜੀ ਚਿਤ ਚੇਤੇ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ। ਕਬੀਰ ਸਭ ਜਗ ਹਉ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਸੋ ਸੰਗਤ ਜੀ ਜਦ ਤੱਕ ਮਨੁੱਖ ਇੱਕ ਗੁਰੂ ਨਾਲ ਪਿਆਰ ਨਹੀਂ ਪਾਉਂਦਾ, ਇੱਕ ਗੁਰੂ ਨਾਲ ਮੁਹੱਬਤ ਨਹੀਂ ਕਰਦਾ, ਬਾਣੀ ਵਿੱਚ ਮਨ ਨਹੀਂ ਜੋੜਦਾ, ਮਨ ਬਾਰ-ਬਾਰ ਭਟਕਦਾ ਹੈ, ਫਿਰ ਮਨ ਦੇ ਆਕੇ ਲੱਗ ਜਾਂਦਾ ਹੈ, ਫਿਰ ਦੁਖੀ ਹੁੰਦਾ ਹੈ। ਸੋ ਸੰਗਤ ਜੀ ਕਬੀਰ ਮਨ ਮਾਰੇ ਬਿਨ ਭਗਤ ਨਾ ਹੋਈ। ਇਹ ਮਨ ਨੂੰ ਤਾਂ ਦੇਖੋ ਸੰਗਤ ਜੀ, ਇਹ ਸੰਸਾਰਿਕ ਰਸਾਂ ਵੱਲੋਂ, ਇਹ ਸੰਸਾਰਿਕ ਸੁੱਖ ਛੱਡਨੇ, ਸੰਸਾਰਿਕ ਰਸ ਛੱਡਨੇ ਸੰਗਤ ਜੀ ਬਹੁਤ ਕਠਿਨ ਹਨ, ਇਹਨਾਂ ਦਾ ਤਿਆਗ ਕਰਨਾ ਬਹੁਤ ਔਖਾ ਹੈ। ਪਰ ਸੰਗਤ ਜੀ ਮਨੁੱਖ ਜੇ ਸਾਧਨਾ ਕਰਦਾ ਰਵੇ ਫਿਰ ਇਹ ਹੌਲੀ ਹੌਲੀ ਮਹਾਰਾਜ ਦੀ ਬਖਸ਼ਿਸ਼ ਹੋਣ ਲੱਗ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਹਰ ਐਤਵਾਰ ਸੰਗਤ ਜੀ ਕਮਾਈ ਵਾਲੇ ਐਸੇ ਗੁਰਸਿੱਖ ਹਨ, ਦੇਖ ਕੇ ਸੰਗਤ ਜੀ ਉਹਨਾਂ ਨੂੰ ਧੰਨ ਕਹੀਦਾ ਵੀ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤ ਜੀ ਰਾਤ ਦੇ 12-1 ਵਜੇ ਤੱਕ ਦੇਖੋ ਸੇਵਾ ਕਰੀ ਜਾਣੀ ਇੰਨੀ ਸੇਵਾ, ਔਰ ਫਿਰ ਕੋਈ ਵਾਧੂ ਘਾਟੂ ਬਚਨ ਨਹੀਂ ਕਰਨੇ, ਸੇਵਾ ਵਿੱਚ ਹੀ ਲੱਗੇ ਰਹਿਣਾ। ਕਿੰਨੀ ਸੰਗਤ ਜੀ ਮਨ ਨੂੰ ਦੇਖੋ, ਸਾਧਨਾ ਦੇਖੋ ਕਿੰਨੀ ਹੈ, ਮਨ ਨੂੰ ਕਿੰਨਾ ਬੰਨਿਆ ਹੋਇਆ। ਸੰਗਤ ਜੀ ਤੁਹਾਡੇ ਮੇਰੇ ਵਰਗੇ ਵਾਸਤੇ ਅਸੀਂ ਜੇ ਅੱਧੇ ਘੰਟੇ ਭਾਂਡੇ ਮਾਂਜਣੇ ਹੁਣ ਮਨ ਵਿੱਚ ਕਿੰਨੇ ਖਿਆਲ ਆਈ ਜਾਂਦੇ ਆ, ਵੀ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਸੇਵਾ ਕਰਨੀ ਕਿੰਨੀ ਕਠਿਨ ਸਾਧਨਾ ਹੈ, ਤਪੱਸਿਆ ਹੈ ਸੰਗਤ ਜੀ। ਜਿਵੇਂ ਪਹਿਲੋਂ ਰਿਸ਼ੀ ਮੁਨੀ ਤਪੱਸਿਆ ਕਰਦੇ ਸਨ, ਧੂਣੇ ਲਾਉਂਦੇ ਸਨ,
ਇਹ ਵੀ ਸੰਗਤ ਜੀ ਬੜੀ ਵੱਡੀ ਤਪੱਸਿਆ ਹੈ। ਮਨ ਨੂੰ ਬੰਨ ਕੇ ਇੱਕ ਹੱਠ ਸਾਧਨਾ ਕਰਨੀ ਵੀ ਮੈਂ ਇੰਨੇ ਘੰਟੇ ਸੇਵਾ ਕਰਨੀ ਹੈ। ਸੋ ਇਹ ਵੀ ਬੇਨਤੀ ਹੈ ਵੀ ਘੱਟੋ ਘੱਟ ਅੱਧੇ ਘੰਟੇ ਤੋਂ ਆਪਾਂ ਇਹ ਨੇਮ ਸ਼ੁਰੂ ਕਰੀਏ, ਫਿਰ ਹੌਲੀ ਹੌਲੀ ਇਹਨੂੰ ਵਧਾਈਏ। ਜਿੰਨਾ ਹੋ ਸਕੇ ਸੇਵਾ ਕਰਦੇ ਹੋਏ ਨਾਲ ਸਿਮਰਨ ਚੱਲੇ, ਉਹੀ ਸਮਾਂ ਸਫਲ ਹੈ ਸੰਗਤ ਜੀ। ਫੇਰ ਹੀ ਦੇਖੋ ਆਤਮਿਕ ਅਵਸਥਾ ਉੱਚੀ ਹੋਏਗੀ। ਸੋ ਵਧੀ ਮੋਹਿ ਮਨ ਕਰੁਣਾ ਕਰ ਜੋ ਸਭ ਬਿਰਤਾਂਤਾ, ਤੇ ਕਹੋ ਆਪ ਜਿਉ ਮਨ ਮੁਝ ਹੋਏ ਸ਼ਾਂਤਾ। ਮਹਾਰਾਜ ਵੀ ਕਹੋ ਆਪ ਜਿਉ, ਆਪ ਜੀ ਐਸੀ ਕਿਰਪਾ ਕਰੋ ਵੀ ਮਨ ਜਿਹੜਾ ਹੈ ਉਹ ਸ਼ਾਂਤ ਹੋ ਜਾਵੇ। ਕਮਲ ਬਦਨ ਕਰੁਣਾ ਗੁਣ ਮੰਦਰ। ਸੋ ਸੰਗਤ ਜੀ ਮਹਾਰਾਜ ਦਾ ਜਿਹੜਾ ਮੁਖ ਹੈ ਆਪਣਾ ਕਮਲ ਦੇ ਫੁੱਲ ਵਰਗਾ ਇੰਨਾ ਸੁੰਦਰ ਮੁਖ ਹੈ ਔਰ ਦਇਆ ਦੇ ਮਹਾਰਾਜ ਸਮੁੰਦਰ ਹਨ। ਬੋਲੇ ਬਚਨ ਮਿਰਦੁਲ ਬਰ ਸੁੰਦਰ। ਸੋ ਸੰਗਤ ਜੀ ਮਹਾਰਾਜ ਨੇ ਬੜੇ ਮਿੱਠੇ ਬਚਨ ਬੋਲੇ ਹਨ। ਤਨ ਹਉਮੈ ਮਮਤਾ ਜੋ ਕਨੇਰੀ। ਸੋ ਮਹਾਰਾਜ ਕਹਿੰਦੇ ਜਿਹੜਾ ਇੱਕ ਹਉਮੈ ਦਾ ਰੋਗ ਹੈ ਔਰ ਦੂਜਾ ਜਿਹੜੀ ਮਮਤਾ ਹੈ, ਇੱਕ ਮੋਹ ਤੇ ਇੱਕ ਹਉਮੈ, ਇੱਕ ਹੰਕਾਰ, ਇੱਕ ਈਗੋ ਤੇ ਇੱਕ ਜਿਹੜਾ ਮੋਹ ਹੈ, ਇਹ ਜਿਹੜੇ ਦੋ ਜਿਹੜੇ ਹਨ ਵਿਕਾਰ ਹਨ। ਸਭ ਬਿਆਤਨ ਕੀ ਮੁੱਲ ਵਡੇਰੀ। ਤੇ ਸੰਗਤ ਜੀ ਮਹਾਰਾਜ ਕਹਿੰਦੇ ਵੀ ਇਹੀ ਜੜ ਹੈ, ਇੱਕ ਹਉਮੈ ਤੇ ਇੱਕ ਜਿਹੜਾ ਮੋਹ। ਇਹ ਸੰਗਤ ਜੀ ਸਾਨੂੰ ਗੁਰੂ ਦੀ ਸਿੱਖੀ ਨੂੰ ਨਹੀਂ ਕਮਾਨ ਦਿੰਦਾ। ਸੰਗਤ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇਖੋ ਪੋਤਰਿਆਂ ਵਾਲੇ ਹਨ, ਦੋਤਰਿਆਂ ਵਾਲੇ ਹਨ, ਆਪਣੇ ਪੁੱਤਰ ਹਨ, ਧੀ ਹੈ, ਨੂੰਹ ਹੈ, ਫਿਰ ਪਤਨੀ ਵੀ ਹੈ। ਸੰਗਤ ਜੀ ਦੇਖੋ ਸਾਰਾ ਪਰਿਵਾਰ ਇੰਨੇ ਸਾਲ ਮਹਾਰਾਜ ਰਹੇ ਆਪਣੇ ਪਰਿਵਾਰ ਨਾਲ, ਪਰ ਸੰਗਤ ਜੀ ਕਿਵੇਂ 12 ਸਾਲ ਮਹਾਰਾਜ ਨੇ ਤਿਆਗ ਕਰਤਾ, ਫਿਰ ਉਹਦੇ ਬਾਰੇ ਕੋਈ ਖਿਆਲ ਹੀ ਨਹੀਂ ਆਉਣ ਦਿੱਤਾ, ਇੰਨੀ ਸੇਵਾ ਕੀਤੀ। ਸੋ ਜੇ ਮਹਾਰਾਜ ਕਹਿੰਦੇ ਵੀ ਨਾਲ ਨਾਲ ਮੈਂ ਆਪਣੇ ਪੋਤਰਿਆਂ ਦਾ ਵੀ ਖਿਆਲ ਰੱਖੀ ਜਾਵਾਂ ਜਾਂ ਮੋਹ ਵਿੱਚ ਫਸਿਆ ਰਵਾਂ, ਨਾਲ ਨਾਲ ਸੇਵਾ ਕਰ ਲਾਂ, ਸੋ ਸੰਗਤ ਜੀ ਇਹ ਦੋ ਕੰਮ ਨਹੀਂ ਹੋ ਸਕਦੇ, ਇੱਕੋ ਹੀ ਕੰਮ ਹੋਏਗਾ। ਇਹ ਸਮਰਪਣ ਕਰਨਾ ਹੀ ਪਏਗਾ। ਇਹ ਸਮਰਪਣ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਕਰਨਾ ਹੀ ਪਏਗਾ। ਔਰ ਸੰਗਤ ਜੀ ਅੱਜ ਤਾਂ ਅਸੀਂ ਅੰਮ੍ਰਿਤ ਨੂੰ ਤਾਂ ਐਵੇਂ ਇੱਕ ਆਮ ਜੀ ਮਰਿਆਦਾ ਬਣਾ ਲਈ ਹੈ ਵੀ ਦੇਖਾ ਦੇਖੀ ਸ਼੍ਰੀ ਸਾਹਿਬ ਵੀ ਅੰਮ੍ਰਿਤ ਛਕ ਲੈਣਾ, ਸ਼੍ਰੀ ਸਾਹਿਬ ਪਾ ਲੈਣੀ। ਸੰਗਤ ਜੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ 5 ਪਿਆਰੇ ਬਚਨ ਕਰਦੇ ਆ ਵੀ ਸਿੱਖਾ ਜੇ ਲੋੜ ਪਈ ਤਾਂ ਸੀਸ ਭੇਟ ਕਰੋਗੇ ਜਾਂ ਸੀਸ ਭੇਟ ਕਰਨਾ ਪੈਣਾ। ਤੇ ਸੰਗਤ ਜੀ ਉਦੋਂ ਅਸੀਂ ਇਹ ਬਚਨ ਕਰਦੇ ਹਾਂ, ਹਾਂਜੀ ਅਸੀਂ ਸੀਸ ਭੇਟ ਕਰਨ ਵਾਸਤੇ ਤਿਆਰ ਹਾਂ। ਸੰਗਤ ਜੀ ਬਚਨ ਕਰਕੇ ਬਾਅਦ ਚੋਂ ਅਸੀਂ ਸੰਗਤ ਜੀ ਦੱਸੋ ਵੀ ਕੀ ਗੁਰਮਤਿ ਦੀ ਵਿਦਿਆ ਪ੍ਰਾਪਤ ਕਰ ਰਹੇ ਹਾਂ, ਜਾਂ ਕਿੰਨਾ ਕੁ ਅਸੀਂ ਜਪ ਤਪ ਬਾਣੀ ਪੜ੍ਹ ਰਹੇ ਹਾਂ, ਕਿੰਨੀ ਕੁ ਅਸੀਂ ਰਹਿਤ ਮਰਿਆਦਾ ਰੱਖ ਰਹੇ ਹਾਂ, ਕੀ ਅਸੀਂ ਸਹਿਜ ਪਾਠ ਕਰ ਰਹੇ ਹਾਂ। ਸੋ ਇਹ ਫਿਰ ਕਹਿਣ ਨੂੰ ਹੀ ਹੈ ਵੀ ਅਸੀਂ ਸੀਸ ਭੇਟ ਕੀਤਾ। ਜਿੰਨੇ ਸੀਸ ਭੇਟ ਕਰਨ ਦਾ ਭਾਵ ਇਹ ਹੈ ਵੀ ਉਸ ਤੋਂ ਬਾਅਦ ਜੋ ਗੁਰੂ ਸਾਹਿਬ ਦੇ ਬਚਨ ਹਨ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਆਪਣੇ ਪਰਿਵਾਰਕ ਰਿਸ਼ਤੇ, ਦੁਨਿਆਵੀ ਕੰਮ ਧੰਦੇ, ਉਹਨਾਂ ਵੱਲੋਂ ਮਨ ਨੂੰ ਮੋੜ ਲੈਣਾ। ਸਿਰਫ ਗੁਰੂ ਸਾਹਿਬ ਦੇ ਹੁਕਮ ਨੂੰ ਮਹੱਤਵਤਾ ਦੇਣੀ। ਜੇ ਅੰਮ੍ਰਿਤ ਛਕ ਕੇ ਵੀ ਸੰਗਤ ਜੀ ਆਮ ਲੋਕਾਂ ਵਾਂਗੂ ਹੀ ਜ਼ਿੰਦਗੀ ਜੀ ਰਹੇ ਆ, ਫਿਰ ਮਾਫ ਕਰਿਓ ਉਸ ਦਾ ਕੋਈ ਜ਼ਿਆਦਾ ਲਾਭ ਨਹੀਂ ਹੈ। ਸੋ ਇਸ ਕਰਕੇ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਸੋ ਸੰਗਤ ਜੀ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸੋ ਇਸ ਕਰਕੇ ਇਹ ਮਹਾਰਾਜ ਕਹਿੰਦੇ ਵੀ ਇੱਕ ਹਉਮੈ ਤੇ ਇੱਕ ਜਿਹੜਾ ਮੋਹ ਹੈ, ਇਹ ਦੋ ਹੀ ਵਿਕਾਰ ਹਨ। ਇਹ ਦੇਖੋ ਇਹ ਬੜੇ ਡੂੰਘੇ ਪ੍ਰਸ਼ਨ ਹਨ ਸੰਗਤ ਜੀ। ਜਿਵੇਂ ਮਹਾਰਾਜ ਨੂੰ ਕਹਿੰਦੇ ਆ ਨਾ ਵੀ ਸਿੱਧ ਗੋਸ਼ਟ ਵਿੱਚ ਪੁੱਛਦੇ ਆ ਵੀ ਮਹਾਰਾਜ ਤੁਹਾਨੂੰ ਇੰਨਾ ਗਿਆਨ ਹੈ ਵੀ ਆਪ ਜੀ ਖੁਰਾਕ ਕੀ ਖਾਂਦੇ ਹੋ, ਵੀ ਤੇਰਾ ਕਵਨ ਆਹਾਰ, ਤੇ ਮਹਾਰਾਜ ਕਹਿੰਦੇ ਕੰਦ ਮੂਲ ਆਹਾਰੋ ਖਾਈਆ, ਉਦੋਂ ਬੋਲੇ ਗਿਆਨੇ। ਤੇ ਅੱਗੋਂ ਪੁੱਛਦੇ ਆ ਵੀ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਆ ਵੀ ਤੁਹਾਨੂੰ ਇੰਨਾ ਬ੍ਰਹਮ ਗਿਆਨ ਹੈ, ਤੁਸੀਂ ਇੱਥੇ ਤੱਕ ਪਹੁੰਚ ਗਏ ਹੋ, ਆਮ ਮਨੁੱਖ ਤਾਂ ਪਹੁੰਚ ਨਹੀਂ ਸਕਦਾ। ਕਹਿੰਦੇ ਵੀ ਤੁਹਾਡਾ ਗੁਰੂ ਕੌਣ ਹੈ। ਸੋ ਸੰਗਤ ਜੀ ਮਹਾਰਾਜ ਕਹਿੰਦੇ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਵੀ ਮੇਰਾ ਗੁਰੂ ਜਿਹੜਾ ਹੈ ਉਹ ਸ਼ਬਦ ਹੈ। ਵਾਹਿਗੁਰੂ ਮੂਲ ਮੰਤਰ ਮੇਰਾ ਸ਼ਬਦ, ਇਹ ਮੇਰਾ ਗੁਰੂ ਹੈ ਤੇ ਆਪਣੀ ਸੁਰਤ ਨੂੰ ਮੈਂ ਇਸ ਦਾ ਚੇਲਾ ਬਣਾਇਆ ਹੋਇਆ। ਸੋ ਸੰਗਤ ਜੀ ਇਹ ਬੜੇ ਡੂੰਘੇ ਪ੍ਰਸ਼ਨ ਹਨ ਵੀ ਆਪਾਂ ਕਹਿੰਦੇ ਹਾਂ ਨਾ ਵੀ ਕਿਵੇਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਵੇ, ਗੁਰੂ ਦੀ ਬਖਸ਼ੇ ਸਿੱਖੀ ਕਿਵੇਂ ਮਿਲੇ। ਸੋ ਮਹਾਰਾਜ ਕਹਿੰਦੇ ਵੀ ਸਿੱਖੀ ਦਾ ਭਾਈ ਮਿਲ ਜੇਗੀ, ਪਰ ਇੱਕ ਹਉਮੈ ਤੇ ਇੱਕ ਮੋਹ, ਇਹ ਦੋਵਾਂ ਦਾ ਤਿਆਗ ਕਰਨਾ ਪਏਗਾ। ਵੀ ਅਹੰਗ ਬੁੱਧ ਨੂੰ ਛੱਡਣਾ ਪਏਗਾ, ਵੀ ਆਪਣੇ ਆਪ ਨੂੰ ਸਮਰਪਣ ਕਰਕੇ, ਵੀ ਸਾਰਾ ਕੁਝ ਗੁਰੂ ਸਾਹਿਬ ਤੋਂ ਸਮਰਪਣ ਕਰਕੇ ਫਿਰ ਮਹਾਰਾਜ ਦੇ ਹੁਕਮ ਨੂੰ ਕਮਾਉਣਾ ਪਏਗਾ, ਸਿੱਖੀ ਨੂੰ ਕਮਾਉਣਾ ਪਏਗਾ। ਔਰ ਫਿਰ ਮਹਾਰਾਜ ਕਹਿੰਦੇ ਮੋਹ ਛੱਡਣਾ ਪਏਗਾ, ਆਪਣਾ ਘਰ-ਬਾਰ ਦਾ ਮੋਹ ਜਿਹੜਾ ਹੈ ਉਹ ਛੱਡਣਾ ਪਏਗਾ। ਸੰਗਤ ਜੀ ਦੇਖੋ ਅੱਜ ਅਸੀਂ ਇੰਨੇ ਸੁੱਖ ਮਾਣ ਰਹੇ ਹਾਂ,
ਸਾਡੀ ਗੁਰਸਿੱਖੀ ਦਸਤਾਰਾਂ ਸਜਾਉਂਦੇ ਹਾਂ। ਸੰਗਤ ਜੀ ਇਹ ਕਿਤੇ ਐਵੇਂ ਨਹੀਂ ਪ੍ਰਾਪਤ ਹੋ ਗਿਆ। ਆਪ ਜੀ ਸਿੱਖ ਇਤਿਹਾਸ ਪੜ੍ਹੋ, ਗੁਰ ਇਤਿਹਾਸ ਹੈ 1469 ਤੋਂ ਲੈ ਕੇ 1708 ਤੱਕ। ਫਿਰ 1708 ਤੋਂ ਬਾਅਦ ਜਿਹੜਾ ਹੈ ਅੱਜ ਤੱਕ ਦਾ ਇਤਿਹਾਸ ਹੈ ਸਿੱਖ ਇਤਿਹਾਸ ਹੈ। ਪਰ ਸੰਗਤ ਜੀ ਮੇਰੀ ਬੇਨਤੀ ਹੈ ਵੀ 1708 ਤੋਂ ਲੈ ਕੇ ਆਪ ਜੀ 1700 ਘੱਟੋ ਘੱਟ ਸੰਗਤ ਜੀ 1760 1770 ਈਸਵੀ ਤੱਕ, ਇਹ ਸੰਗਤ ਜੀ ਜਿਹੜੇ 60-70 ਸਾਲ ਦਾ ਦੌਰ ਹੈ ਨਾ, ਇਹ ਸੰਗਤ ਜੀ ਸਾਰੇ 60-70 ਸਾਲ 80 ਸਾਲ ਸੰਗਤ ਜੀ ਸਿੱਖਾਂ ਦੀਆਂ ਕੁਰਬਾਨੀਆਂ ਹੀ ਹੁੰਦੀਆਂ ਰਹੀਆਂ। ਇਹਦੇ ਵਿੱਚ ਹੀ ਸੰਗਤ ਜੀ ਮੀਰ ਮਨੂੰ ਜਿਹੜਾ ਹੈ ਆਪਣਾ 1747-48 ਤੋਂ ਬਾਅਦ ਸ਼ਾਇਦ 4-5 ਸਾਲ ਉਹ ਸ਼ਾਸਨ ਕਰਦਾ ਹੈ। ਉਹੀ ਸੰਗਤ ਜੀ ਮੀਰ ਮਨੂੰ ਫਿਰ ਜਿਹੜੀਆਂ ਸਿੱਖ ਬੀਬੀਆਂ ਸਨ ਉਹਨਾਂ ਨੂੰ ਟੋਰਚਰ ਕਰਦਾ ਸੀ ਫਿਜ਼ੀਕਲ ਤੌਰ ਤੇ, ਮੈਂਟਲੀ ਤੌਰ ਤੇ, ਵੀ ਬੀਬੀਓ ਆਪਣਾ ਸਿੱਖ ਧਰਮ ਛੱਡ ਦਿਓ, ਮੁਸਲਿਮ ਧਰਮ ਚ ਆ ਜਾਓ, ਜੇ ਨਹੀਂ ਆਓਗੀਆਂ ਤੇ ਜਿਹੜੇ ਤੁਹਾਡੇ 6-6 ਮਹੀਨੇ ਦੇ ਜਵਾਕ ਹੈ ਸਾਲ ਦੇ, ਫਿਰ ਇਹਨਾਂ ਦਾ ਕਤਲ ਅਸੀਂ ਕਰਾਂਗੇ। ਤੇ ਮਾਈਆਂ ਨੇ ਕਿਹਾ ਵੀ ਭਾਈ ਜੋ ਮਰਜ਼ੀ ਕਰ ਲੈ, ਅਸੀਂ ਆਪਣੀ ਸਿੱਖੀ ਨਹੀਂ ਛੱਡਣੀ। ਫਿਰ ਸੰਗਤ ਜੀ ਇੰਨਾ ਉਹ ਜ਼ਾਲਿਮ ਸੀ ਵੀ ਐਵੇਂ ਥੱਲੇ ਨੇਜਾ ਕੱਟ ਦੇਣਾ। ਨਿਹੰਗ ਸਿੰਘਾਂ ਕੋਲ ਆਪ ਜੀ ਨੇ ਦੇਖੀ ਹੋਏਗੀ ਬਰਛੀ ਨੇਜਾ ਹੁੰਦਾ, ਜਿਹੜੀ ਭਾਈ ਬਚਿੱਤਰ ਸਿੰਘ ਜੀ ਨੇ ਮਾਰੀ ਸੀ ਹਾਥੀ ਵਿੱਚ, ਵੀ ਐਵੇਂ ਅੱਗੇ ਥੱਲੇ ਕਿਰਪਾਨਿਆਂ ਨੇਜਾ ਕਰ ਦੇਣਾ ਤੇ ਸੰਗਤ ਜੀ ਐਵੇਂ ਬੱਚਿਆਂ ਨੂੰ ਐ ਉੱਪਰ ਭਵਾ ਕੇ ਸੱਟਣਾ। ਬੱਚਿਆਂ ਨੇ ਥੱਲੇ ਜਦੋਂ ਆਣਾ ਤੇ ਪੂਰਾ ਉਹਦਾ ਸਰੀਰ ਬੱਚਿਆਂ ਦਾ ਨੇਜੇ ਵਿੱਚ ਹੀ ਸੰਗਤ ਜੀ ਵਿੰਨ ਜਾਣਾ। ਔਰ ਫਿਰ ਮਾਈਆਂ ਨੂੰ ਕਹਿਣਾ ਵੀ ਹਾਂ ਹੁਣ ਬੋਲੋ, ਛੱਡ ਦਿਓ ਸਿੱਖੀ ਕਿ ਨਹੀਂ। ਫਿਰ ਵੀ ਸੰਗਤ ਜੀ ਮਾਈਆਂ ਨੇ ਕਹਿਣਾ ਤੇਰਾ ਕੀਆ ਮਿੱਠਾ ਲੱਗਾ। ਸੋ ਸੰਗਤ ਜੀ ਅੱਜ ਅਸੀਂ ਇਹਨਾਂ ਜਿਹੜੇ ਸੁੱਖ ਮਾਨ ਰਹੇ ਹਾਂ ਐਵੇਂ ਨਹੀਂ। ਦੇਖੋ ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾਇਆ ਗਿਆ, ਭਾਈ ਮਨੀ ਸਿੰਘ ਜੀ ਦਾ ਬੋਟੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਸੰਗਤ ਜੀ ਫਿਰ ਸੰਗਤ ਜੀ ਇਹ 60-70 ਸਾਲ ਸੰਗਤ ਜੀ ਸਿੱਖਾਂ ਨੇ ਆਪਣੇ ਕੋਈ ਘਰ-ਬਾਰ ਕੁਝ ਵੀ ਨਹੀਂ, ਉਹਨਾਂ ਨੇ ਕੋਈ ਸੁੱਖ ਨਹੀਂ ਮਾਣਿਆ। 60-70 ਸਾਲ ਸੰਗਤ ਜੀ ਉਹਨਾਂ ਨੇ ਜੰਗਲਾਂ ਵਿੱਚ ਰਹਿ ਕੇ ਕੱਟੇ। ਜੰਗਲਾਂ ਦੇ ਵਿੱਚ ਰਹਿ ਕੇ ਸੰਗਤ ਜੀ ਭਿੱਜੇ ਛੋਲੇ ਖਾ ਲੈਣੇ। ਔਰ ਕਿੰਨਾ ਫਿਰ ਵੀ ਗੁਰੂ ਦੀ ਸਿੱਖੀ ਨਾਲ ਪਿਆਰ ਸੀ, ਤਿਆਰ ਬਰ ਤਿਆਰ ਰਹਿੰਦੇ ਸਨ, ਬਾਣੇ ਨੂੰ ਸਜਾ ਕੇ ਰੱਖਦੇ ਸਨ। ਅੱਜ ਕੱਲ੍ਹ ਤਾਂ ਆਪਣਾ ਬੀਬੀਆਂ ਤੋਂ ਆਪਣੇ ਬੱਚਿਆਂ ਦੇ ਮਿੱਟੀ ਵਾਲਾ ਜੂੜਾ ਨਹੀਂ ਹੁੰਦਾ, ਉਹਨਾਂ ਬੱਚਿਆਂ ਦੇ ਕੇ ਸਿਰ ਤੇ ਦਸਤਾਰ ਸਜਾਣੀ ਉਹਨਾਂ ਨੂੰ ਭਾਰ ਲੱਗਦੀ ਹੈ। ਸੋ ਬੀਬੀਆਂ ਆਪ ਵੀ ਨਹੀਂ ਦਸਤਾਰ ਸਜਾਉਂਦੀਆਂ। ਪਰ ਸੰਗਤ ਜੀ ਪਹਿਲੇ ਸਮੇਂ ਵਿੱਚ ਆਪਣਾ ਚਲੋ ਹੁਣ ਮਹਾਰਾਜ ਦੀ ਥੋੜੀ ਕਿਰਪਾ ਹੋ ਗਈ, ਬੀਬੀਆਂ ਬਾਣਾ ਪਾਉਣ ਲੱਗ ਗਈਆਂ, ਦੇਖਾ ਦੇਖੀ ਦਮਾਲਾ ਸਜਾਉਣ ਲੱਗ ਗਈਆਂ। ਪਰ ਸੰਗਤ ਜੀ ਪਹਿਲੇ ਸਮੇਂ ਵਿੱਚ ਜਿਹੜੀਆਂ ਮਾਈਆਂ ਸਨ ਨਾ, ਬੀਬੀ ਭਾਗੋ ਵਰਗੀ, ਮਾਈ ਭਾਗੋ ਵਰਗੀ, ਵੀ ਤਿਆਰ ਬਰ ਤਿਆਰ ਰਹਿੰਦੀਆਂ ਸਨ। ਚੋਲਾ ਪਾਣਾ ਆਪਣਾ ਔਰ ਜੰਗੀ ਕਛਹਿਰਾ ਪਾਣਾ। ਸੰਗਤ ਜੀ ਜਿਹੜਾ ਲੱਤਾਂ ਤੋਂ ਥੱਲੇ ਦਾ ਕਛਹਿਰਾ ਪਾਉਂਦੇ ਆ ਸਿੰਘ, ਆਪਣੇ ਕਛਹਿਰਾ ਪਾਣਾ, ਚੋਲਾ ਪਾਣਾ। ਔਰ ਸੰਗਤ ਜੀ ਤਿਆਰ ਬਰ ਤਿਆਰ ਵੱਡੀਆਂ 4-4 ਫੁੱਟੀਆਂ ਸੰਗਤ ਜੀ ਵੱਡੀਆਂ ਕਿਰਪਾਨਾਂ ਉਹਨਾਂ ਨੇ ਪਾ ਕੇ ਰੱਖੀਆਂ, ਸ਼ਸਤਰਧਾਰੀਆਂ ਹੁੰਦੀਆਂ ਸਨ। ਸੋ ਦਮਾਲੇ ਸਜਾਣੇ। ਸੋ ਜਿਹੜੇ ਕਿਸੇ ਮੁਸਲਿਮ ਨੇ ਕੋਈ ਮਜ਼ਾਕ ਕਰਨਾ ਜਾਂ ਗੰਦੀ ਨਜ਼ਰ ਨਾਲ ਦੇਖਣਾ, ਉਸੇ ਸਮੇਂ ਉਸ ਦੇ ਨਾਲ ਫਿਰ ਜੰਗ ਕਰਨੀ। ਸੰਗਤ ਜੀ ਜਿਵੇਂ ਆਪਣਾ ਸਿੰਘ ਲੜਦੇ ਸਨ ਐਵੇਂ ਸਿੰਘਣੀਆਂ ਨੂੰ ਵੀ ਗੱਤਕਾ ਪੂਰਾ ਆਉਂਦਾ ਸੀ, ਸ਼ਸਤਰ ਵਿੱਦਿਆ ਦਾ ਨਾ ਅਭਿਆਸ ਸੀ। ਸੋ ਅੱਜ ਦੇ ਟਾਈਮ ਦੇ ਵਿੱਚ ਸਿੰਘਣੀਆਂ ਆਪਣੀਆਂ ਚੋਲਾ ਵੀ ਘੱਟ ਹੀ ਪਾਉਂਦੀਆਂ। ਜਦੋਂ ਆਪਾਂ ਹੋਲੇ ਮਹੱਲੇ ਤੇ ਜਾਂਦੇ ਹਾਂ ਜਾਂ ਸਰਹੰਦ ਫਤਿਹਗੜ੍ਹ ਸਭਾ ਤੇ ਜਾਂਦੇ ਹਾਂ, ਉਦੋਂ ਆਪ ਜੀ ਨੇ ਦਰਸ਼ਨ ਕਰਦੇ ਹੋ, ਸਿੰਘਣੀਆਂ ਦੇ ਚੋਲੇ ਵੀ ਪਾਏ ਹੁੰਦੇ ਹੈ ਔਰ ਕਿਰਪਾਨਾਂ ਵੀ ਧਾਰਨ ਕੀਤੀਆਂ ਹੁੰਦੀਆਂ ਹਨ। ਸੋ ਨਿਹੰਗ ਸਿੰਘਾਂ ਦੀਆਂ ਸਿੰਘਣੀਆਂ ਨੇ। ਸੋ ਸੰਗਤ ਜੀ ਐਵੇਂ ਫਿਰ ਸਿੰਘਣੀਆਂ ਵੀ ਇੰਨੀਆਂ ਤਿਆਰ ਬਰ ਤਿਆਰ ਰਹਿੰਦੀਆਂ ਸਨ। ਫਿਰ ਇਹ 60-70 ਸਾਲ ਸੰਗਤ ਜੀ ਸਿੰਘਾਂ ਨੇ ਜੰਗਲਾਂ ਵਿੱਚ ਰਹਿ ਕੇ ਆਪਣਾ ਜਿਹੜਾ ਹੈ ਗੁਜ਼ਾਰਾ ਕੀਤਾ। ਇਹਨੇ ਦੁੱਖ ਹੰਢਾਏ ਕਿਹਦੇ ਵਾਸਤੇ ਵੀ ਸਾਡਾ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਵੇ, ਸਾਡੀ ਸਿੱਖੀ ਤੇ ਆਂਚ ਨਾ ਆਵੇ। ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਾਏ ਗਏ। ਸੋ ਸੰਗਤ ਜੀ ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਔਰ ਸਿੱਖਾਂ ਕੋਲ ਸੰਗਤ ਜੀ ਕੋਈ ਹਥਿਆਰ ਨਹੀਂ ਹੁੰਦੇ ਸਨ। ਔਰ ਗੁਰੀਲਾ ਯੁੱਧ ਪ੍ਰਣਾਲੀ ਕਿਸੇ ਸਿੰਘਾਂ ਕੋਲ ਆਪਣੇ ਹਥਿਆਰ ਨਹੀਂ ਹੁੰਦੇ ਸਨ। ਮੁਸਲਿਮਾਂ ਦਾ ਸੌਦਾ ਲਾਉਂਦੇ ਸਨ, ਪਾਪੀਆਂ ਦਾ। ਤੇ ਜਦੋਂ ਰਾਤ ਨੂੰ ਸੁੱਤੇ ਹੁੰਦੇ ਸਨ ਉਹਨਾਂ ਦੇ ਕੋਲ ਜਾਣਾ ਬੜੇ ਤਰੀਕੇ ਨਾਲ, ਤੇ ਉਹਨਾਂ ਸੁੱਤਿਆਂ ਪਏ ਦੇ ਹਥਿਆਰ ਚੋਰੀ ਕਰ ਲੈਣੇ, ਉਹਨਾਂ ਵੱਲੋਂ ਪ੍ਰਸ਼ਾਦਾ ਪਾਣੀ, ਮਾਇਆ, ਪੈਸੇ ਚੋਰੀ ਕਰ ਲੈਣੇ, ਉਹਨਾਂ ਦੇ ਐਵੇਂ ਲੁੱਟ ਲੈਣੇ। ਸੰਗਤ ਜੀ ਇਹ ਨਹੀਂ ਵੀ ਸਿੱਖ ਚੋਰ ਸਨ। ਦੇਖੋ ਜਿਹੜਾ ਬੰਦਾ 2 ਨੰਬਰ ਦਾ ਕੰਮ ਕਰਦਾ ਹੈ, ਚੋਰ ਦੇ ਘਰ ਚੋਰੀ ਕਰਨੀ ਕੋਈ ਪਾਪ ਨਹੀਂ। ਉਹ ਵੀ ਸੰਗਤ ਜੀ ਸਿੰਘ ਆਪਣੇ ਸੁੱਖਾਂ ਵਾਸਤੇ ਨਹੀਂ ਮਾਇਆ ਕੋਈ ਲੁੱਟਦੇ ਸਨ, ਉਹ ਵੀ ਪੰਥ ਦੀ ਸੇਵਾ ਹੀ ਕਰਦੇ ਸਨ। ਉਸ ਦੇ ਨਾਲ ਸ਼ਸਤਰ ਖਰੀਦਣੇ, ਉਹ ਸਾਰੇ ਆਪਣਾ ਇਲਾਜ ਕਰਨਾ, ਪ੍ਰਸ਼ਾਦਾ ਲੰਗਰ ਵਰਤਾਣਾ, ਇੰਨਾ ਵੱਡਾ ਪੰਥ ਸੀ ਸਾਡਾ। ਸੋ ਸੰਗਤ ਜੀ ਐਵੇਂ ਫਿਰ ਸਿੰਘਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਵੀ ਅਪਣਾਈ ਵੀ ਆਪਣਾ। ਫਿਰ ਰਾਤ ਨੂੰ ਸੰਗਤ ਜੀ ਰਾਤ ਨੂੰ ਫਿਰ ਸਿੰਘ ਜਿਹੜੇ ਹਨ ਮੁਸਲਮਾਨਾਂ ਦੇ ਹਮਲਾ ਕਰਦੇ ਹੁੰਦੇ ਸਨ। ਸਿੰਘਾਂ ਨੇ ਵੀ ਬੜਾ ਸੌਦਾ ਲਾਇਆ, ਐਵੇਂ ਨਹੀਂ ਵੀ ਸਿੱਖਾਂ ਦਾ ਰਾਜ ਆ ਗਿਆ। ਫਿਰ ਸੰਗਤ ਜੀ ਦੇਖੋ
ਇਹ 60 70 80 ਸਾਲ ਦੀ ਕੁਰਬਾਨੀ ਤੋਂ ਬਾਅਦ ਆਪਾਂ ਰੋਜ਼ ਅਰਦਾਸ ਪੜ੍ਹਦੇ ਆ ਨਾ, ਰਾਜ ਕਰੇਗਾ ਖਾਲਸਾ। ਇਹ ਸੰਗਤ ਜੀ ਐਵੇਂ ਖਾਲਸਾ ਰਾਜ ਨਹੀਂ ਆਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 1796 ਦੇ ਵਿੱਚ ਉਹ ਗੱਦੀ ਤੇ ਬੈਠਦੇ ਹੈ ਆਪਣਾ, ਤੇ ਸੰਗਤ ਜੀ 1849 ਤੱਕ ਜਿਹੜਾ ਹੈ ਸਾਡਾ ਖਾਲਸਾ ਰਾਜ ਰਿਹਾ। 40 ਸਾਲ ਤਕਰੀਬਨ ਇਹ ਜਿਹੜਾ ਹੈ ਸਾਡਾ ਖਾਲਸਾ ਰਾਜ ਰਿਹਾ। ਇਹ ਫਿਰ ਅੰਗਰੇਜ਼ ਡੋਗਰਿਆਂ ਦੀ ਗੱਦਾਰੀ ਕਰਕੇ ਸਾਡਾ ਖਾਲਸਾ ਰਾਜ ਚੱਲੇਗਾ। ਪਰ ਸੰਗਤ ਜੀ ਇੱਕ ਗੱਲ ਦੇਖੋ, ਇਹ 40 ਸਾਲ ਜਿਹੜਾ ਖਾਲਸਾ ਰਾਜ ਹੋਇਆ ਸਾਡਾ, उसदे बाद संगत जी पूरी एक सदी 80-90 साल ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਖਾਲਸਾ ਰਾਜ ਆਇਆ ਸੀ। ਸੋ ਅੱਜ ਆਪਣਾ ਕਈ ਕਹਿ ਦਿੰਦਾ ਵੀ ਖਾਲਿਸਤਾਨ ਖਾਲਸਾ ਰਾਜ ਆਪਣਾ ਰਾਜ ਚਾਹੀਦਾ। ਸੋ ਸੰਗਤ ਜੀ ਰਾਜ ਆਂਦੇ ਆ ਕੁਰਬਾਨੀਆਂ ਦੇ ਨਾਲ। ਸੋ ਸੰਗਤ ਜੀ ਇਹ ਕਹਿੰਦੇ ਵੀ ਤਨ ਹਉਮੈ ਮਮਤਾ ਜੋ ਕਨੇਰੀ, ਕਹਿੰਦੇ ਵੀ ਆਪਣਾ ਇੱਕ ਹਉਮੈ ਨੇ ਤੇ ਮਮਤਾ ਨੇ, ਇਹੀ ਦੋ ਵੱਡੇ ਰੋਗ ਹੈ। ਜੇ ਗੁਰੂ ਦੀ ਸਿੱਖੀ ਪ੍ਰਾਪਤ ਕਰਨੀ ਹੈ, ਇੱਕ ਹਉਮੈ ਛੱਡ ਦੋ ਤੇ ਇੱਕ ਮੋਹ ਕਰਨਾ ਜਿਹੜਾ ਹੈ ਉਹ ਛੱਡ ਦਵੋ। ਆਤਮ ਤਨ ਤੇ ਲਖੀਐ ਨਿਆਰੋ। ਸੋ ਸੰਗਤ ਜੀ ਸਭ ਵਿਆਦਨ ਕੀ ਮੂਲ ਵਡੇਰੀ, ਵਿਆਦਨ ਦਾ ਭਾਵ ਇਹ ਹੈ ਰੋਕਾਂ ਦੀ ਜੜ ਜਾਣੋ ਵੱਖਰਾ, ਵੀ ਇਹ ਸਭ ਤੋਂ ਵੱਡੀ ਜੜ੍ਹਾਂ ਹਨ। ਸਭ ਤੋਂ ਵੱਡੇ ਦੁੱਖ ਦੇ ਕਾਰਨ ਇਹੀ ਹੈ ਮਨੁੱਖ ਦੇ, ਇੱਕ ਹਉਮੈ ਤੇ ਇੱਕ ਜਿਹੜਾ ਹੈ ਮੋਹ। ਇਹੀ ਸੰਗਤ ਜੀ ਸਾਨੂੰ ਜੀਣ ਨਹੀਂ ਦਿੰਦਾ। ਕੱਲ ਵੀ ਬੇਨਤੀ ਕੀਤੀ ਸੀ ਵੀ ਐਕਸੈਪਟੇਸ਼ਨ ਸਾਡੀ ਪੂਰੀ ਨਹੀਂ ਹੁੰਦੀ, ਫਿਰ ਅਸੀਂ ਦੁਖੀ ਹੁੰਦੇ ਹਾਂ। ਆਪਣੀ ਇੱਛਾਵਾਂ ਨਹੀਂ ਜੇ ਪੂਰੀਆਂ ਹੁੰਦੀਆਂ, ਸੋ ਇੱਛਾਵਾਂ ਦਾ ਵਾਹਿਗੁਰੂ ਕਿਰਪਾ ਕਰੇ ਤਿਆਗ ਹੋ ਜਾਵੇ। ਔਰ ਸੰਗਤ ਜੀ ਵਿਆਦਨ ਮੂਲ ਵਡੇਰੀ, ਔਰ ਮੋਹ ਦੀ ਇੱਕ ਮੋਹ ਸੰਗਤ ਜੀ, ਮੋਹ ਪਿੱਛੇ ਸੰਗਤ ਜੀ ਜ਼ਿਆਦੇ ਜਿਹੜੇ ਲੋਕ ਹਨ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ। ਮੋਹ ਕਰਕੇ ਦੁਨੀਆ ਦੁਖੀ ਹੈ। ਆਪਣਾ ਕਿਸ ਦਾ ਪੁੱਤਰ ਪੂਰਾ ਹੋ ਜਾਂਦਾ, ਚੜ੍ਹਾਈ ਕਰ ਜਾਂਦਾ ਬੀਬੀ, ਉਹਦੇ ਕਰਕੇ ਡਿਪਰੈਸ਼ਨ ਚਲੀ ਜਾਂਦੀ ਹੈ। ਸੋ ਵੱਡੇ ਵੱਡੇ ਬੰਦੇ ਦੇ ਸੰਗਤ ਜੀ ਦੇਖਿਆ ਕਰੋੜਾਪਤੀ ਜਿਹੜਾ ਵੀ ਮੋਹ ਕਰਕੇ ਹਨ ਮੈਂਟਲੀ ਤੌਰ ਤੇ ਅਪਸੈਟ ਹੋ ਜਾਂਦੇ ਆ। ਮੋਹ ਸੰਗਤ ਜੀ ਬੜਾ ਵੱਡਾ ਦੁੱਖ ਹੈ। ਇਸ ਕਰਕੇ ਮੋਹ ਸਿਰਫ ਗੁਰਬਾਣੀ ਨਾਲ ਸਿਮਰਨ ਨਾਲ ਵਾਹਿਗੁਰੂ ਨਾਲ ਹੀ ਪਾਣਾ ਚਾਹੀਦਾ ਵੀ ਜਿਹੜਾ ਨਾਸ਼ ਤੋਂ ਰਹਿਤ ਹੈ, ਜਿਹੜਾ ਮੌਤ ਤੋਂ ਰਹਿਤ ਹੈ। ਆਪਾਂ ਪੜ੍ਹਦੇ ਹਾਂ ਨਾ ਅਕਾਲ ਮੂਰਤ, ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਸੋ ਮੋਹ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਲ ਹੀ ਪਾਣਾ ਚਾਹੀਦਾ ਹੈ। ਔਰ ਸੰਗਤ ਜੀ ਇੱਕ ਹੋਰ ਬੇਨਤੀ ਹੈ, ਜਿਹੜਾ ਜਪਜੀ ਸਾਹਿਬ ਜੀ ਵਿੱਚ ਆਪਾਂ 5 ਖੰਡ ਪੜ੍ਹਦੇ ਹਾਂ, ਚੌਥਾ ਖੰਡ ਹੈ ਸੰਗਤ ਜੀ ਕਰਮ ਖੰਡ, ਬਖਸ਼ਿਸ਼ ਦਾ ਖੰਡ। ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ, ਤਿੱਥੈ ਭਗਤ ਵਸੈ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ। ਫਿਰ ਆਂਦਾ 5ਵਾਂ ਖੰਡ ਸੱਚਖੰਡ ਵਸੈ ਨਿਰੰਕਾਰ। ਸੋ ਸੰਗਤ ਜੀ ਇਹ ਜਦੋਂ ਆਪਾਂ ਅਧਿਆਤਮ ਦੀ ਪਰਮਾਰਥ ਦੀ ਸਾਧਨਾ ਕਰਾਂਗੇ ਨਾ, ਇਹ ਕਿਤੇ ਵਾਹਿਗੁਰੂ ਬਖਸ਼ਿਸ਼ ਕਰ ਦੇਵੇ। ਚੌਥਾ ਖੰਡ ਕਰਮ ਖੰਡ ਬਖਸ਼ਿਸ਼ ਦਾ ਜਿਹੜਾ ਖੰਡ ਹੈ ਸੰਗਤ ਜੀ, ਜਦੋਂ ਮਨੁੱਖ ਚੌਥੇ ਖੰਡ ਤੱਕ ਪਹੁੰਚ ਜਾਂਦਾ ਹੈ ਨਾ, ਉਦੋਂ ਸੰਗਤ ਜੀ ਫਿਰ ਮਾਇਆ ਦਾ ਕੋਈ ਫੁਰਨਾ ਆਂਦਾ ਨਹੀਂ। ਮਨ ਵਿੱਚ ਮਾਇਆ ਦਾ ਕੋਈ ਫੁਰਨਾ ਆ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ। ਮਹਾਰਾਜ ਕਹਿੰਦੇ ਬਾਣੀ ਵਿੱਚ ਇੰਨੀ ਤਾਕਤ ਹੈ, ਬਾਣੀ ਵਿੱਚ ਇੰਨੀ ਸਮਰੱਥਾ ਹੈ ਕਿ ਮਾਇਆ ਦਾ ਕੋਈ ਫੁਰਨਾ ਮਨ ਵਿੱਚ ਆ ਹੀ ਨਹੀਂ ਸਕਦਾ। ਸੋ ਮਨੁੱਖ ਦੀ ਅਵਸਥਾ ਬ੍ਰਹਮ ਗਿਆਨ ਵਾਲੀ ਹੋ ਜਾਂਦੀ ਹੈ। 10ਵੇਂ ਦੁਆਰ ਵਿੱਚ ਮਨੁੱਖ ਪਹੁੰਚ ਜਾਂਦਾ ਹੈ, ਬ੍ਰਹਮ ਗਿਆਨ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਤੁਰੀਆ ਅਵਸਥਾ। ਸੋ ਸੰਗਤ ਜੀ ਜਦੋਂ ਤੱਕ ਮਨੁੱਖ ਜਿਹੜਾ ਹੈ ਤੁਰੀਆ ਅਵਸਥਾ ਤੱਕ, ਇਹ ਬ੍ਰਹਮ ਗਿਆਨ ਦੀ ਅਵਸਥਾ ਤੱਕ ਨਹੀਂ ਪਹੁੰਚਦਾ ਨਾ, ਸੰਗਤ ਜੀ ਜੋ ਮਰਜ਼ੀ ਕਰ ਲਓ, ਤੁਸੀਂ ਹਮੇਸ਼ਾ ਦੁਖੀ ਰਹੋਗੇ, ਸੁਖੀ ਕਦੀ ਵੀ ਨਹੀਂ ਹੋਵੋਗੇ। ਜੇ ਅੱਠੇ ਪੈਰ 24 ਘੰਟੇ ਸੁਖੀ ਰਹਿਣਾ ਚਾਹੁੰਦੇ ਹੋ ਨਾ, ਵੀ ਮਾਸਾ ਵੀ ਮੱਥੇ ਤੇ ਤੋੜੀ ਨਾ ਪਵੇ, ਮਾਸਾ ਵੀ ਪਰੇਸ਼ਾਨੀ ਨਾ ਆਵੇ, ਨਾ ਕੋਈ ਸਰੀਰ ਦਾ ਦੁੱਖ ਆਵੇ, ਨਾ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਪ੍ਰਕਾਰ ਦੀ, ਫਿਰ ਸੰਗਤ ਜੀ ਇਹ ਅਵਸਥਾ ਪ੍ਰਾਪਤ ਕਰਨ ਵਾਲੀ ਸਾਧਨਾ ਕਰੀਏ, ਤਾਂ ਹੀ ਹਮੇਸ਼ਾ ਅਸੀਂ ਸੁਖੀ ਰਹਿ ਸਕਦੇ ਹਾਂ। ਇਹ ਅਵਸਥਾ ਹੀ ਹੈ ਨਾ ਸੰਗਤ ਜੀ, ਵੀ ਭਾਈ ਮਨੀ ਸਿੰਘ ਜੀ ਦਾ ਵੀ ਬੁੱਟ ਉਹ ਜ਼ਾਲਮ ਹੱਥ ਤੋਂ ਫੜ ਕੇ ਕੱਟਣ ਲੱਗਾ, ਕਹਿੰਦੇ ਵੀ ਤੈਨੂੰ ਹੁਕਮ ਹੋਇਆ ਵੀ ਬੁੱਟ ਤੋਂ ਫੜ ਕੇ ਕੱਟ। ਤੇ ਸੰਗਤ ਜੀ ਆਏ ਫਿਰ ਜਿਹੜੇ ਬੋਟੇ ਆ ਕਹਿੰਦੇ ਵੀ ਇੱਥੋਂ ਇੱਕ ਇੱਕ ਬੁੱਟ। ਸੰਗਤ ਜੀ ਇਹ ਤੁਸੀਂ ਮਹਿਸੂਸ ਕਰੋ ਵੀ ਜਦੋਂ ਉਹਨਾਂ ਦਾ ਬੁੱਟ ਕੱਟਿਆ ਜਾ ਰਿਹਾ ਸੀ, ਉਹਨਾਂ ਦੇ ਸਰੀਰ ਨੂੰ ਦੁੱਖ ਹੈ, ਮਨ ਨੂੰ ਸੰਗਤ ਜੀ ਫੁਰਨਾ ਵੀ ਨਹੀਂ ਆ ਰਿਹਾ, ਮਨ ਤੇ ਪ੍ਰਭਾਵ ਹੀ ਨਹੀਂ ਪੈ ਰਿਹਾ, ਮਨ ਦੇ ਵਿੱਚ ਫੁਰਨਾ ਆ ਹੀ ਨਹੀਂ ਰਿਹਾ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ। ਸੋ ਮਨ ਪਰਮੇਸ਼ਵਰ ਵਿੱਚ ਲੀਨ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ। ਸੋ ਇਹ ਅਵਸਥਾ ਹੈ, ਇਹ ਜਦੋਂ ਆਪਾਂ ਸਾਧਨਾ ਕਰਾਂਗੇ ਘਾਲਾਂਗੇ, ਇਹ ਮਹਾਰਾਜ ਕਿਰਪਾ ਕਰੇ ਫਿਰ ਸੰਗਤ ਜੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਔਰ ਕਈ ਸਾਧਨ ਕਰਨੇ ਪੈਂਦੇ ਆ, ਪੂਰਨ ਗੁਰਸਿੱਖਾਂ ਦੀ ਸੇਵਾ ਕਰਨੀ ਪੈਂਦੀ ਹੈ, ਜਿਨ੍ਹਾਂ ਦਾ 18 ਘੰਟੇ ਸਿਮਰਨ ਹੈ ਦਲਾ ਪੰਥਾਂ ਵਿੱਚ ਜਾਂ ਮਹਾਂਪੁਰਸ਼ਾਂ ਵਿੱਚ। ਸੋ ਐਸੇ ਗੁਰਸਿੱਖ ਜਿਨ੍ਹਾਂ ਦਾ ਬੜਾ ਜਪ ਤਪ ਹੈ, ਜਿਹੜੇ ਸਾਰਾ ਦਿਨ ਬਾਣੀ ਪੜ੍ਹਦੇ ਰਹਿੰਦੇ ਆ, ਸੇਵਾ ਸਿਮਰਨ ਕਰਦੇ ਰਹਿੰਦੇ ਆ।
ਸੋ ਐਸੇ ਗੁਰਸਿੱਖਾਂ ਦੀ ਸੰਗਤ ਜੀ ਸੰਗਤ ਕਰਨੀ ਪੈਂਦੀ ਹੈ। ਫਿਰ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਅਧਿਆਤਮ ਦੀ ਪਰਮਾਰਥ ਦੀ ਕਮਾਈ ਕਰਨ ਵਾਸਤੇ। ਤੇ ਜੇ ਆਪਾਂ ਘਰ ਹੀ ਰਵਾਂਗੇ ਫਿਰ ਸੰਗਤ ਜੀ ਜਿੰਨਾ ਕੁ ਨਿਤਨੇਮ ਕਰ ਰਹੇ ਹਾਂ ਓਨੇ ਕੁ ਜੋਗੇ ਰਹਿ ਜਾਵਾਂਗੇ, ਕਿਉਂਕਿ ਸੰਗਤ ਜੀ ਮਾਹੌਲ ਬਹੁਤ ਜ਼ਰੂਰੀ ਹੈ, ਦੇਖਾ ਦੇਖੀ ਬੰਦਾ ਕਰਦਾ ਹੈ। ਸੋ ਇਸ ਕਰਕੇ ਇਹ ਮਹਾਰਾਜ ਕਹਿੰਦੇ ਵੀ ਇਹ ਦੋ ਹੀ ਚੀਜ਼ਾਂ ਹਨ। ਇਹ ਸੰਗਤ ਜੀ ਤੁਰੀ ਅਵਸਥਾ ਸਿਰਫ ਜਪਜੀ ਸਾਹਿਬ ਵਿੱਚ ਹੀ ਨਹੀਂ, ਇਹ ਭਗਤ ਕਬੀਰ ਜੀ ਵੀ ਕਹਿੰਦੇ ਆ ਰਾਜਗੁਣ ਤਮਗੁਣ ਸਤਗੁਣ ਇਹ ਸਭ ਤੇਰੀ ਮਾਇਆ, ਚੌਥੇ ਨਰਕੋ ਜੋ ਨਰ ਚੀਨੈ ਤਾਕੋ ਭਰਮ ਨਾ ਕਾਇਆ। ਮਹਾਰਾਜ ਕਹਿੰਦੇ ਵੀ ਜਦੋਂ ਤੱਕ ਮਨੁੱਖ ਪੰਜ ਵਿਕਾਰਾਂ ਵਿੱਚ, ਇੰਦਰੀਆਂ ਦੇ ਅਨੂ ਰਸਾਂ ਵਿੱਚ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਫਸਿਆ ਹੋਇਆ ਹੈ ਨਾ, ਉਹ ਤੱਕ ਮਾਇਆ ਉਹਨੂੰ ਦੁਖੀ ਕਰਦੀ ਰਹੇਗੀ। ਪਰ ਜਦੋਂ ਉਹਨੇ ਤੁਰੀ ਅਵਸਥਾ ਪ੍ਰਾਪਤ ਕਰ ਲਈ, ਇਹ ਚੌਥਾ ਪਦ ਪ੍ਰਾਪਤ ਕਰ ਲਿਆ, ਫਿਰ ਉਹ ਹਮੇਸ਼ਾ ਸੁਖੀ ਹੋ ਜਾਏਗਾ, ਆਨੰਦ ਦੀ ਅਵਸਥਾ ਹੋਏਗੀ। ਔਰ ਸੰਗਤ ਜੀ ਇਹਨੂੰ ਮਹਾਰਾਜ ਸਿੱਧ ਗੋਸ਼ਟ ਵੀ ਕਹਿੰਦੇ ਆ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮਸੁਨੰ ਚੌਥੇ ਨਰਕੋ ਜੋ ਨਰ ਚਿਨੈ ਤਾਕੋ ਪਾਪ ਨਾ ਪੁੰਨੰ। ਮਹਾਰਾਜ ਕਹਿੰਦੇ ਵੀ ਜੋ ਤੱਕ ਮਨੁੱਖ ਤਿੰਨਾਂ ਗੁਣਾਂ ਵਿੱਚ ਵਿਚਰਦਾ ਹੈ ਉਦੋਂ ਇਹ ਪਾਪ ਪੁੰਨ ਵਿੱਚ ਫਸਿਆ ਰਹਿੰਦਾ, ਵੀ ਮੈਂ ਪੁੰਨ ਕਰ ਰਿਹਾ ਪਾਪ। ਪਰ ਜਦੋਂ ਚੌਥੇ ਨਰਕੋ ਜੋ ਨਰ ਚਿਨੈ ਤਾਕੋ ਪਾਪ ਨਾ ਪੁੰਨੰ, ਜਦੋਂ ਇਹ ਚੌਥੀ ਅਵਸਥਾ, ਇਹ ਚੌਥਾ ਪਦ ਪ੍ਰਾਪਤ ਹੁੰਦਾ ਹੈ ਤੇ ਫਿਰ ਮਨੁੱਖ ਦੀ ਖਹਿੜਾ ਛੁੱਟ ਜਾਂਦਾ ਜਨਮ ਮਰਨ ਤੋਂ, ਫਿਰ ਉਹਦਾ ਆਉਣਾ ਸਫਲ ਹੋ ਜਾਂਦਾ ਹੈ। ਸੋ ਸੰਗਤ ਜੀ ਆਪਾਂ ਸਾਰਿਆਂ ਦਾ ਜ਼ਿੰਦਗੀ ਦਾ ਏਮ ਹੈ ਮੈਂ ਡਾਕਟਰ ਬਣਨਾ ਹੈ, ਮੈਂ PhD ਕਰਨੀ ਹੈ, ਮੈਂ ਬਾਹਰ ਜਾਣਾ ਹੈ, ਇਸਦਾ ਕੋਈ ਏਮ ਹੈ। ਪਰ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜਿੰਨੀ ਕੁ ਮਹਾਰਾਜ ਨੇ ਮੈਨੂੰ ਤੁੱਛ ਬੁੱਧੀ ਬਖਸ਼ੀ ਹੈ, ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜਿੰਨੀ ਕੁ ਮੇਰੀ ਬੁੱਧੀ ਹੈ ਵੀ ਮਨੁੱਖ ਦਾ ਜਨਮ ਹੋਇਆ ਹੈ ਤੁਰੀ ਅਵਸਥਾ ਤੱਕ ਪਹੁੰਚਣਾ, ਬਸ ਆਪਣੇ ਆਤਮ ਸਰੂਪ ਤੱਕ ਪਹੁੰਚਣਾ, ਆਪਣੇ ਆਤਮ ਤੱਤਵ ਗਿਆਨ ਤੱਕ, ਉੱਥੇ ਤੱਕ ਪਹੁੰਚਣਾ। ਕਹੋ ਕਬੀਰ ਇਹ ਰਾਮ ਕੀ ਹੰਸ, ਜਿੱਥੋਂ ਅਸੀਂ ਆਏ ਹਾਂ ਉਹਦੇ ਵਿੱਚ ਭੇਦ ਹੋ ਜਾਣਾ, ਉਹਦੇ ਵਿੱਚ ਜਿੰਦੇ ਜੀ ਲੀਨ ਹੋ ਜਾਣਾ। ਮਨੁੱਖ ਦਾ ਜਨਮ ਅਸਲ ਵਿੱਚ ਹੋਇਆ ਹੈ ਇਹ ਕਰਨ ਵਾਸਤੇ। ਆਪਾਂ ਭਾਵੇਂ ਦੁਨਿਆਵੀ ਚੱਕਰਾਂ 'ਚ ਫਸੇ ਰਹੀਏ, ਐਵੇਂ ਜਨਮ ਗਵਾ ਦਈਏ, ਉਹ ਗੁਰੂ ਸਾਹਿਬ ਦੀ ਨਜ਼ਰਾਂ ਵਿੱਚ ਕੋਈ ਸਾਡਾ ਮੁੱਲ ਨਹੀਂ। ਅਸੀਂ ਜੋ ਮਰਜ਼ੀ ਕਰ ਲਈਏ, ਸੰਸਾਰ ਜ਼ਰੂਰ ਸਾਡੀ ਸ਼ੋਭਾ ਕਰੇਗਾ, ਪਰ ਮਹਾਰਾਜ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜ਼ਿੰਦਗੀ ਪੁੱਛੋ ਵੀ ਤੇਰਾ ਜਨਮ ਕਿਹਦੇ ਵਾਸਤੇ ਹੋਇਆ ਹੈ, ਫਿਰ ਤੁਰੀ ਅਵਸਥਾ ਵਾਸਤੇ। ਸੋ ਜੋ ਤੱਕ ਤੁਸੀਂ ਇਹ ਬ੍ਰਹਮ ਗਿਆਨ ਤੱਕ ਨਹੀਂ ਪਹੁੰਚਦੇ, ਇਹ ਅਵਸਥਾ ਤੱਕ ਨਹੀਂ ਪਹੁੰਚਦੇ, ਉਹ ਤੱਕ ਸੰਗਤ ਜੀ ਫਿਰ ਗੁਰੂ ਸਾਹਿਬ ਦੀ ਪੂਰਨ ਬਖਸ਼ਿਸ਼ ਨਹੀਂ ਹੁੰਦੀ। ਇਹ ਮਹਾਰਾਜ ਬ੍ਰਹਮ ਗਿਆਨੀ ਵਿੱਚ ਵਚਨ ਕਰਦੇ ਆ ਅਸ਼ਟਪਦੀ ਵਿੱਚ ਵੀ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗੈ। ਮਹਾਰਾਜ ਫਿਰ ਇੰਨੀ ਅਵਸਥਾ ਬਖਸ਼ ਦਿੰਦੇ ਆ, ਕਹਿੰਦੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿੰਦੇ ਵੀ ਜੇ ਇੱਥੇ ਤੱਕ ਪਹੁੰਚ ਜਾਓਗੇ ਫਿਰ ਤੁਸੀਂ ਖੁਦ ਖੁਦਾ ਹੋ, ਇੱਕ ਸਾਧ ਬਚਨ ਟਲਾਦਾ। ਤੇ ਇੱਕ ਸੰਗਤ ਜੀ ਹੋਰ ਪੰਕਤੀ ਸੀ, ਉਹ ਥੋੜੀ ਵਿਸਰ ਗਈ ਹੈ, ਵੀ ਪਹਿਰਾ ਹੋ ਜਾਂਦਾ ਮਹਾਰਾਜ ਦਾ। ਇੱਕ ਸਾਧ ਬਚਨ ਟਲਾਦਾ, ਚਲੋ ਹਾਂ, ਕਬੀਰ ਤੂੰ ਕਰਤਾ ਹੂੰ, ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਦ ਤੂੰ। ਔਰ ਸੰਗਤ ਜੀ ਅੱਗੇ ਵੀ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਇਹ ਜਦੋਂ ਆਪਾਂ ਬ੍ਰਹਮ ਗਿਆਨੀ ਦੀ ਅਵਸਥਾ ਤੱਕ ਪਹੁੰਚ ਜਾਵਾਂਗੇ ਨਾ, ਤੇ ਸੰਗਤ ਜੀ ਫਿਰ ਇਹ ਅਵਸਥਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਵੀ ਆਪਾਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਤਰਸਦੇ ਹਾਂ, ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕਾਂ। ਸੋ ਸੰਗਤ ਜੀ ਮਹਾਰਾਜ ਕਹਿੰਦੇ ਵੀ ਜੇ ਸਾਧਨਾ ਕਰੋਗੇ, ਅਧਿਆਤਮ ਦੀ ਸਾਧਨਾ ਕਰੋਗੇ, ਫਿਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਫਿਰ ਵਾਹਿਗੁਰੂ ਤੁਹਾਡੇ ਪਿੱਛੇ ਪਿੱਛੇ ਲੱਗਿਆ ਫਿਰੇਗਾ। ਦੇਖ ਲਓ ਵੀ ਤੂੰ ਕੁਨ ਜੀ ਮੈਂ ਜੀ ਨਾਮਾ ਹੋ ਜੀ, ਇਹ ਆਲਾ ਤੇ ਨਿਵਾਰਨਾ। ਇਹ ਸੰਗਤ ਜੀ ਭਗਤ ਨਾਮਦੇਵ ਜੀ ਦਾ ਹੀ ਬਚਨ ਆਉਂਦਾ ਹੈ ਵੀ ਆਪਣਾ ਵੀ ਭਗਤ ਨਾਮਦੇਵ ਜੀ ਨੇ ਜਦੋਂ 10ਵਾਂ ਦੁਆਰ ਖੜਕਾਇਆ ਤੇ ਵਾਹਿਗੁਰੂ ਪੁੱਛਦਾ ਵੀ ਤੁਸੀਂ ਕੌਣ, ਤੂੰ ਕੁਨ ਜੀ ਮੈਂ ਜੀ ਨਾਮਾ ਆਲਾ ਤੇ ਨਿਵਾਰਨਾ। ਤੇ ਕਹਿੰਦੇ ਵਾਹਿਗੁਰੂ ਨੂੰ, ਕਹਿੰਦੇ ਵਾਹਿਗੁਰੂ ਮੈਂ ਤੁਹਾਡਾ ਭਗਤ ਹਾਂ ਨਾਮਦੇਵ। ਸੰਗਤ ਜੀ ਇਸ ਕਰਕੇ ਇਹ ਮਨ ਨੂੰ ਜਿਹੜਾ ਹੈ ਵੱਧ ਤੋਂ ਵੱਧ ਬਾਣੀ ਵਿੱਚ ਲਾਓ, ਸਿਮਰਨ ਵਿੱਚ ਲਾਓ, ਤਾਂ ਕਿ ਸਾਡਾ ਆਉਣਾ ਸਫਲ ਹੋ ਜਾਵੇ। ਅਸਲ ਵਿੱਚ ਆਇਓ ਸੁਣਨ ਪੜਨ ਕੋ ਬਾਣੀ। ਸੋ ਇਸ ਕਰਕੇ ਸੰਗਤ ਜੀ ਫਿਰ ਇਹ ਜਦੋਂ ਤੁਹਾਨੂੰ ਬਾਣੀ ਦਾ ਰਸ ਆ ਜਾਏਗਾ, ਇੰਨੀ ਸਾਧਨਾ ਕਰੋਗੇ, ਮਨ ਦੇ ਫੁਰਨਿਆਂ ਨੂੰ ਰੋਕ ਕੇ ਬਾਣੀ ਪੜੋਗੇ, ਕਮਾਈ ਕਰੋਗੇ, ਫਿਰ ਮਹਾਰਾਜ ਕਹਿੰਦੇ ਵੀ ਐਸੀ ਅਵਸਥਾ ਬਣ ਜਾਏਗੀ ਕਿ ਰਮਨੰ ਕੇਵਲੰ ਕੀਰਤਨੰ ਸੁਧਰਮੰ ਦੇ ਧਾਰਨੈ, ਅੰਮ੍ਰਿਤ ਨਾਮ ਨਾਰਾਇਣ ਨਾਨਕ ਕੀਰਤਨ ਸੰਤਨਾ ਤ੍ਰਿਪਤੇ। ਐਸਾ ਬਾਣੀ ਦਾ, ਐਸਾ ਨਾਮ ਦਾ ਰਸ ਆਉਣ ਲੱਗ ਜਾਏਗਾ
ਕਿ ਇਹ ਬਾਣੀ ਨੂੰ ਸੁਣ ਕੇ, ਇਹ ਬਾਣੀ ਦਾ ਜਾਪ ਕਰ ਕਰਕੇ, ਵੱਧ ਤੋਂ ਵੱਧ ਸਹਿਜ ਪਾਠ ਕਰਕੇ, ਬਾਣੀ ਪੜ੍ਹ ਕੇ ਤੁਹਾਡਾ ਮਨ ਤ੍ਰਿਪਤ ਨਹੀਂ ਹੋਏਗਾ। ਐਸਾ ਸੰਗਤ ਜੀ ਇਹ ਰਸ ਹੈ ਕਥਾ ਦਾ, ਇਹ ਬਾਣੀ ਦਾ ਐਸਾ ਰਸ ਹੈ, ਬਾਣੀ ਰਸ ਨਾਲ ਭਰੀ ਪਈ ਹੈ ਸੰਗਤ ਜੀ। ਬਸ ਲੋੜ ਹੈ ਤੇ ਮਨ ਦੇ ਫੁਰਨਿਆਂ ਨੂੰ ਕਾਬੂ ਕਰਕੇ, ਸਾਧਨਾ ਕਰਕੇ, ਦ੍ਰਿੜ ਹੱਠ ਸਾਧਨਾ ਕਰਕੇ ਵੀ ਇੰਨੇ ਘੰਟੇ ਮੈਂ ਬਾਣੀ ਪੜ੍ਹਨੀ ਹੈ। ਸੋ ਸੰਗਤ ਜੀ, ਰਮਨੰ ਕੇਵਲੰ ਕੀਰਤਨੰ, ਮਹਾਰਾਜ ਕਹਿੰਦੇ ਵੀ ਆਪਣੇ ਆਪ ਨੂੰ ਹਮੇਸ਼ਾ ਵਾਹਿਗੁਰੂ ਦੀ ਉਸਤਤੀ ਵਿੱਚ, ਵਾਹਿਗੁਰੂ ਦੇ ਚਿੰਤਨ ਵਿੱਚ, ਬੰਦਗੀ ਵਿੱਚ ਰਮਨ ਕਰਦੇ, ਅਪੇਦ ਹੋ ਜਾ। ਰਮਨੰ ਕੇਵਲੰ ਕੀਰਤਨੰ, ਫਿਰ ਕੀ ਹੋਏਗਾ ਜਦੋਂ ਐਵੇਂ ਇਹ ਸਾਧਨਾ ਕਰੇਗਾ, ਭੇਦ ਹੋ ਜਾਏਗਾ। ਹਮੇਸ਼ਾ ਅੱਠੇ ਪੈਰ ਵਾਹਿਗੁਰੂ 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 ਮੂਲ ਮੰਤਰ ਦਾ ਅਭਿਆਸ ਕਰੇਗਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਉਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਫਿਰ ਜਦੋਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਕਰੇਗਾ, ਬਾਣੀ ਦਾ ਵੱਧ ਤੋਂ ਵੱਧ ਜਾਪ ਕਰੇਗਾ, ਤੇ ਫਿਰ ਸੁਧਰਮੰ ਦੇਹ ਧਾਰਨਾ, ਇਹ ਜਿਹੜੀ ਤੇਰੀ ਦੇਹ ਹੈ, ਇਹ ਤੇਰਾ ਆਣਾ ਸਫਲ ਹੋ ਜਾਏਗਾ ਦੇਹ ਦਾ, ਤੇ ਤੇਰਾ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ। ਸੁਧਰਮੰ ਦੇਹ ਧਾਰਨਾ। ਫਿਰ ਇਸ ਤੋਂ ਅਗਲੀ ਅਵਸਥਾ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਤੇ। ਵੀ ਫਿਰ ਜਦੋਂ ਐਸਾ ਇਹ ਸਾਧਨਾ ਕਰੇਗਾ, ਫਿਰ ਤੈਨੂੰ ਐਸਾ ਬਾਣੀ ਦਾ ਨਾਮ ਦਾ ਰਸ ਐਸਾ ਆਏਗਾ ਕਿ ਤੇਰਾ ਜਿਹੜਾ ਮਨ ਹੈ ਉਹ ਹੋਰ ਬਾਣੀ ਪੜ੍ਹਨ ਨੂੰ ਕਰੀ ਜਾਏਗਾ, ਹੋਰ ਨਾਮ ਜਪਣ ਨੂੰ ਕਰੀ ਜਾਏਗਾ, ਮਨ ਅੱਕੇਗਾ ਹੀ ਨਹੀਂ ਤੇਰਾ। ਸੋ ਸੰਗਤ ਜੀ, ਇਸੇ ਕਰਕੇ ਕਈ ਮਹਾਂਪੁਰਸ਼ ਜਿਹੜੇ ਇੱਕ ਚੌਂਕੜੇ ਵਿੱਚ, ਜਿਨ੍ਹਾਂ ਤੇ ਮਹਾਰਾਜ ਦੀ ਬੜੀ ਤਰਸ ਹੈ, ਕਿਰਪਾ ਹੈ, ਇੱਕ ਚੌਂਕੜੇ ਵਿੱਚ ਆਪ ਜੀ ਦੇਖਦੇ ਹੋ ਵੀ ਪੂਰਾ ਅਖੰਡ ਪਾਠ ਸਾਹਿਬ ਸੰਗਤ ਜੀ ਉਹ ਕਰ ਦਿੰਦੇ ਆ ਗੁਰਸਿੱਖ। ਕਿੰਨੀ ਵੱਡੀ ਸਾਧਨਾ ਹੈ, ਕਿੰਨਾ ਉਹਨਾਂ ਦਾ ਮਨ ਤੇ ਦੇਖੋ ਕੰਟਰੋਲ ਹੈ। ਇੱਥੇ ਮੇਰੇ ਵਰਗਾ 2 ਘੰਟੇ ਡਿਊਟੀ ਲਾਉਣ ਬਹਿ ਜਾਵੇ, ਚਲੋ ਘੰਟਾ ਸਵਾ ਘੰਟਾ ਮਹਾਰਾਜ ਕਿਰਪਾ ਕਰਦੇ, ਬੰਦਾ ਆਨੰਦ ਨਾਲ ਬਾਣੀ ਪੜ੍ਹ ਲੈਂਦਾ। ਉਸ ਤੋਂ ਬਾਅਦ ਮਨ ਵਿੱਚ ਖਿਆਲ ਆਉਣ ਲੱਗ ਜਾਂਦਾ, ਫਟਾਫਟ ਦੂਜਾ ਪਾਠੀ ਸਿੰਘ ਆਵੇ ਤੇ ਉਹਨੂੰ ਉੱਠੀਏ। ਸੋ 2 ਘੰਟੇ ਆਨੰਦ ਨਾਲ ਬਾਣੀ ਪੜ੍ਹਨੀ ਔਖੀ ਹੋ ਜਾਂਦੀ ਹੈ। ਧੰਨ ਸੰਗਤ ਜੀ ਐਸੇ ਗੁਰਸਿੱਖ ਨੇ। ਹੁਣ ਤੁਸੀਂ ਕਹੋ ਵੀ ਉਹ ਗੁਰਸਿੱਖ ਬਿਨਾਂ ਸਾਧਨਾ ਕੀਤੇ ਵਸਾ ਤੱਕ ਪਹੁੰਚ ਗਿਆ ਨਾ, ਉਹਦਾ ਬੜਾ ਚੌਂਕੜਾ ਹੋਏਗਾ। ਉਹਨੇ ਪਹਿਲੋਂ ਮਨ ਨੂੰ ਟਿਕਾਇਆ, ਉਂਝ ਬੈਠਾ ਹੋਏਗਾ ਉਹ ਚੌਂਕੜਾ ਲਾ ਕੇ। ਉਹਨੇ ਵਾਹਿਗੁਰੂ ਦੇ ਮੰਤਰ ਵਿੱਚ, ਗੁਰੂ ਮੰਤਰ ਦੇ ਮੂਲ ਮੰਤਰ ਵਿੱਚ, ਬਾਣੀ ਵਿੱਚ ਉਹਨੇ ਮਨ ਟਿਕਾਇਆ ਹੋਏਗਾ, ਮਨ ਉਹਦਾ ਭੱਜਦਾ ਹੋਏਗਾ, ਪਰ ਉਹਨੇ ਉਸ ਨੂੰ ਟਿਕਾਇਆ, ਮਨ ਨੂੰ ਮਨਾਇਆ। ਫਿਰ ਜਦੋਂ ਸਾਧਨਾ ਕਰੀ ਗਿਆ, ਫਿਰ ਮਨ ਵਿੱਚ ਫੁਰਨੇ ਆਣੇ ਹੀ ਬੰਦ ਹੋ ਗਏ। ਕਿਉਂਕਿ ਦੇਖੋ ਆਪਾਂ ਸਾਰੇ ਚੱਲਦੇ ਹਾਂ ਖਿਆਲਾਂ ਦੇ ਅਧੀਨ, ਫੁਰਨਿਆਂ ਕਰਕੇ। ਮਨ ਵਿੱਚ ਜੋ ਆਉਂਦਾ ਹੈ ਉਹ ਅਸੀਂ ਕਰਦੇ ਹਾਂ, ਉਹ ਕਰਮ ਵਿੱਚ ਬਦਲ ਜਾਂਦਾ ਹੈ। ਜੇ ਮਨ ਵਿੱਚ ਫੁਰਨੇ ਹੀ ਨਾ ਆਉਣ, ਗੱਲ ਤਾਂ ਸਾਰੀ ਫੁਰਨਿਆਂ ਦੀ ਹੈ। ਜਦ ਤੱਕ ਫੁਰਨੇ ਆਉਂਦੇ ਰਹਿਣਗੇ ਉਦੋਂ ਤੱਕ ਆਪਾਂ ਦੁਖੀ ਰਵਾਂਗੇ। ਜਦੋਂ ਫੁਰਨੇ ਆਣੇ ਬੰਦ ਹੋ ਗਏ, ਫਿਰ ਤਾਂ ਕੋਈ ਦੁੱਖ ਦਾ ਕਾਰਨ ਹੀ ਨਹੀਂ। ਫਿਰ ਤਾਂ ਹਮੇਸ਼ਾ ਆਨੰਦ ਦੀ ਅਵਸਥਾ ਹੈ, ਫਿਰ ਹਮੇਸ਼ਾ ਬ੍ਰਹਮ ਗਿਆਨ ਦੀ ਅਵਸਥਾ ਹੈ। ਸੋ ਸੰਗਤ ਜੀ, ਇਸ ਕਰਕੇ ਸਾਧਨਾ ਕਰਨੀ ਬਹੁਤ ਜ਼ਰੂਰੀ ਹੈ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਦੇਖੋ ਦਾਸ ਦਾ ਇਹ ਸਰੀਰ ਹੈ, ਬੁਲਾਉਣ ਵਾਲੇ ਮਹਾਰਾਜ ਹੈ। ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਹੁਕਮ ਕਰ ਰਹੇ ਹੈ। ਸੋ ਇਹ ਬੇਨਤੀਆਂ ਆਪ ਜੀ ਨੇ ਮਹਾਰਾਜ ਦੀਆਂ ਪ੍ਰਵਾਨ ਕਰਨੀਆਂ। ਸੰਗਤ ਜੀ ਦੇਖੋ, ਦਾਸ ਦੇ ਅੱਲੇ ਪੱਲੇ ਦਾ ਕੁਛ ਵੀ ਨਹੀਂ। ਸਾਡੀ ਤਾਂ ਇੰਨੀ ਕੁ ਅਵਸਥਾ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਸਾਡਾ ਕੋਈ ਜਪ ਤਪ ਨਹੀਂ, ਕੋਈ ਸਹਿਜ ਪਾਠ ਨਹੀਂ, ਕੋਈ ਨਿਤਨੇਮ ਨਹੀਂ। ਸੰਗਤ ਜੀ, ਅਸੀਂ ਗੱਲਾਂ ਨਾਲ ਤੇ ਤੁਹਾਨੂੰ ਇਹ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਾ ਸਕਦੇ ਹਾਂ, ਪਰ ਸਾਡੀ ਕਮਾਈ ਸੰਗਤ ਜੀ ਇੰਨੀ ਨਹੀਂ ਹੈ। ਮਹਾਰਾਜ ਸਾਡੇ ਤੇ ਵੀ ਤਰਸ ਕਰਨ। ਸੋ ਇਸ ਕਰਕੇ ਬੇਨਤੀਆਂ ਆਪ ਜੀ ਨੇ ਜ਼ਰੂਰ ਪ੍ਰਵਾਨ ਕਰਨੀਆਂ। ਸਾਧਨਾ ਕਰਿਆ ਕਰੋ। ਘੱਟੋ ਘੱਟ ਸੰਗਤ ਜੀ ਰੋਜ਼ਾਨਾ ਸ਼ਾਮ ਨੂੰ ਬੈਠ ਕੇ ਸਾਰੇ ਪਰਿਵਾਰ ਨੂੰ ਲੈ ਕੇ ਨੇਮ ਸ਼ੁਰੂ ਕਰੋ। ਅੱਜ ਤੋਂ 16 ਸਾਹਿਬ ਦਾ ਪਾਠ, 16 ਸਾਹਿਬ ਦਾ ਪਾਠ ਸਾਰਾ ਪਰਿਵਾਰ ਬਿਠਾ ਕੇ ਕਰੋ। ਔਰ ਇਹ ਨਿਯਮ ਬਣਾਓ ਵੀ ਸਵੇਰੇ ਜਪਜੀ ਸਾਹਿਬ ਦਾ ਪਾਠ, ਨਹੀਂ ਤੇ ਘੱਟੋ ਘੱਟ 16 ਸਾਹਿਬ ਤੋਂ ਸ਼ੁਰੂ ਕਰੋ। ਰਾਤ ਨੂੰ ਸੌਣ ਲੱਗੇ ਸਾਰਾ ਪਰਿਵਾਰ ਆਪਣਾ 3-4 ਜੀ, ਇੱਕ ਬੱਚਾ ਪੜ੍ਹ ਲਿਆ, ਬੀਬੀ ਪੜ੍ਹ ਲਵੇ, ਭਾਈ ਵੀਰ ਪੜ੍ਹ ਲਵੇ, 16 ਸਾਹਿਬ ਦਾ ਪਾਠ ਪੜ੍ਹੇ। ਔਰ ਸਾਰਾ ਪਰਿਵਾਰ ਸ਼ਰਧਾ ਭਾਵਨਾ ਨਾਲ ਟਿਕ ਕੇ ਉਹ 16 ਸਾਹਿਬ ਦਾ ਪਾਠ ਪੂਰਾ ਸੁਣੇ। ਫੋਨ ਨੂੰ ਸਾਇਲੈਂਟ ਤੇ ਲਾ ਕੇ, ਉਸ ਟਾਈਮ ਕੋਈ ਫੋਨ ਨਹੀਂ, ਕੋਈ ਕੁਝ ਨਹੀਂ। ਪੰਜ ਇਸ਼ਨਾਨਾ ਕਰਕੇ, ਚੌਂਕੜਾ ਲਾ ਕੇ, ਸਾਰੇ ਇੱਕ ਭਾਈ ਆਪਣਾ 16 ਸਾਹਿਬ ਦਾ ਪਾਠ ਕਰੇ ਜਾਂ ਬੀਬੀ ਪੜ੍ਹੇ, ਸਾਰਾ ਪਰਿਵਾਰ ਸੁਣੇ। ਇਹ ਫਿਰ ਸਾਡਾ 24 ਘੰਟੇ ਚੋਂ ਘੱਟੋ ਘੱਟ 5-7 ਮਿੰਟ ਦਾ ਸਮਾਂ ਲੱਗਦਾ 16 ਸਾਹਿਬ ਦੇ ਪਾਠ ਨੂੰ। ਇੱਥੋਂ ਆਪ ਜੀ ਹੌਲੀ ਹੌਲੀ ਨੇਮ ਸ਼ੁਰੂ ਕਰੋ। ਮਹਾਰਾਜ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸਾਵੇ। ਮਹਾਰਾਜ ਕਹਿੰਦੇ ਘਰ ਨੂੰ ਗੁਰਦੁਆਰਾ ਬਣਾਓ, ਆਪਣੇ ਨੂੰ ਘਰ ਨੂੰ ਮੰਦਿਰ ਬਣਾਓ। ਸੋ ਇਸ ਕਰਕੇ ਘਰ ਨੂੰ ਸਵਰਗ ਬਣਾਓ। ਇਸ ਕਰਕੇ 16 ਸਾਹਿਬ ਦਾ ਪਹਿਰਾ ਵੀ ਕਰੋ। ਸੋ ਸੰਗਤ ਜੀ, ਆਪਣਾ ਮਹਾਰਾਜ ਦੀ ਕਿਰਪਾ ਕਦੇ ਕਦੀ ਮਨ ਟਿਕਦਾ ਹੈ। ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸੰਗਤ ਜੀ, ਇੰਨੀਆਂ ਵਿਚਾਰਾ ਕਰਦੇ ਹੋਏ ਦਾਸ ਖੀਮਾ ਦਾ ਜਾਚਕ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸੰਗਤ ਜੀ, ਇਹ ਵਿਸ਼ੇ ਬੜੇ ਡੂੰਘੇ ਹੈ, ਇਹਨਾਂ ਦੀ ਵਿਆਖਿਆ ਕਰਨੀ ਬਹੁਤ ਕਠਿਨ ਹੈ। ਹਉਮੈ ਮਮਤਾ, ਇਹ 2 ਰੁੱਖ ਅਧਿਆਤਮ ਦੇ ਵਿਸ਼ੇ ਹੈ।
ਬੜੇ ਡੂੰਘੇ ਵਿਸ਼ੇ ਹੈ। ਸੋ ਮਹਾਰਾਜ ਜੋ ਤੁਛ ਬੁੱਧੀ ਬਖਸ਼ਦੇ ਹਨ। ਸੰਗਤ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਕਥਾ ਕਰਦੇ ਹੋਏ। ਆਪ ਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਬਖਸ਼ਣਯੋਗ ਮਹਾਰਾਜ ਬਖਸ਼ਣਯੋਗ ਹਨ, ਬਖਸ਼ ਲੈਣਾ ਜੀ। ਅੰਤ ਨੂੰ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪਾਹੇ ਕਾਟੇ ਮਿਟੇ ਗਵਨ ਫਤਿਹ